ਵੈਲਕਮ ਸਟੂਡੈਂਟਸ। ਅੱਜ ਅਸੀਂ ਕਰ ਰਹੇ ਹਾਂ 1857 ਈਸਵੀ ਦਾ ਵਿਦਰੋਹ। ਡਿਟੇਲ ਦੇ ਵਿੱਚ ਕਰਾਂਗੇ ਅਸੀਂ ਕਿਉਂ ਇਹ ਵਿਦਰੋਹ ਹੋਇਆ, ਕੀ ਕਾਰਨ ਸਨ ਇਸ ਦੇ ਪਿੱਛੇ, ਇਸ ਦੇ ਕੀ ਪ੍ਰਭਾਵ ਪਏ ਪੰਜਾਬ ਨਾਲ। ਜਿਹੜਾ 1857 ਈਸਵੀ ਦਾ ਵਿਦਰੋਹ ਆ ਉਹਦਾ ਕੀ ਲਿੰਕ ਸੀਗਾ। ਅਸੀਂ ਜਾਣਦੇ ਹਾਂ ਕਿ ਲਗਭਗ 200 ਸਾਲਾਂ ਤੱਕ ਅੰਗਰੇਜ਼ ਸ਼ਾਸਕਾਂ ਨੇ ਭਾਰਤ 'ਤੇ ਰਾਜ ਕੀਤਾ। ਭਾਰਤ ਨੇ ਰਾਸ਼ਟਰ ਦੇ ਵਿਕਾਸ ਦੇ ਨਾਲ ਨਾਲ ਰਾਜਨੀਤਿਕ ਸ਼ਕਤੀਆਂ ਵਿੱਚ ਵੀ ਆਪਣਾ ਯੋਗਦਾਨ ਮੰਗਿਆ। ਬਾਅਦ ਵਿੱਚ ਇਹੋ ਮੰਗ ਪੂਰੀ ਸੁਤੰਤਰਤਾ ਦੀ ਮੰਗ ਦੇ ਰੂਪ ਵਿੱਚ ਬਦਲ ਗਈ। ਇਹੋ ਮੰਗ ਸੁਤੰਤਰਤਾ ਲਈ ਪਹਿਲੇ ਸੰਘਰਸ਼ ਦੇ ਰੂਪ ਵਿੱਚ ਵਿਕਸਿਤ ਹੋਈ। ਸਭ ਤੋਂ ਪਹਿਲਾ ਸੰਘਰਸ਼ ਪੂਰਨ ਰੂਪ ਵਿੱਚ ਸ਼ਾਂਤੀਪੂਰਨ ਸੀ, ਪਰ ਅੰਗਰੇਜ਼ਾਂ ਨੂੰ ਸ਼ਾਂਤੀਪੂਰਨ ਸੰਘਰਸ਼ ਤੋਂ ਵੀ ਪਰੇਸ਼ਾਨੀ ਸੀ। ਉਹ ਇਹ ਸੰਘਰਸ਼ ਉਹਨਾਂ ਦੇ ਸੰਵਿਧਾਨ ਰੂਪੀ ਗਤੀਵਿਧੀਆਂ ਦੇ ਪ੍ਰਤੀਕੂਲ ਸੀ। ਅੱਜ ਜਨਤਾ ਰਾਸ਼ਟਰੀ ਅੰਦੋਲਨ ਤੇ ਭਾਰਤੀ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿੱਚ ਬ੍ਰਿਟਿਸ਼ ਅਤੇ ਭਾਰਤੀ ਕਾਂਗਰਸ ਅਤੇ ਆਮ ਜਨਤਾ ਦੇ ਸੰਘਰਸ਼ ਦਾ ਇਤਿਹਾਸ ਹੈ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ 1857 ਈਸਵੀ ਦਾ ਸੁਤੰਤਰਤਾ ਸੰਗਰਾਮ ਸੀ ਪਹਿਲਾ, ਉਹਦੇ ਵਿੱਚ ਰਾਜਨੀਤਿਕ ਅਨਿਆਏ, ਆਰਥਿਕ ਸ਼ੋਸ਼ਣ, ਧਾਰਮਿਕ ਦਖਲਅੰਦਾਜ਼ੀ ਅਤੇ ਅੰਗਰੇਜ਼ਾਂ ਦੀ ਦਮਨਕਾਰੀ ਨੀਤੀ ਸੀਗੀ ਜਿਹੜੀ ਉਹ ਬਹੁਤ ਜ਼ਿਆਦਾ ਪਿੱਛੇ ਕੰਮ ਕਰ ਰਹੀ ਹੈ। ਤਾਂ ਇਹ ਜਿਹੜੀਆਂ ਗੱਲਾਂ ਸੀਗੀਆਂ ਇਹਨਾਂ ਨਾਲ ਦੁੱਖ ਅਤੇ ਅਸੰਤੋਸ਼ ਦੀ ਲਹਿਰ ਆ ਜਿਹੜੀ ਭਾਰਤੀਆਂ ਵਿੱਚ ਉੱਠਣ ਲੱਗੀ। ਹੌਲੀ ਹੌਲੀ ਅੰਗਰੇਜ਼ਾਂ ਦੇ ਵਿਰੁੱਧ ਹੋਣੇ ਸ਼ੁਰੂ ਹੋ ਗਏ। ਅੰਗਰੇਜ਼ ਕਿਸੇ ਨਾ ਕਿਸੇ ਕਾਰਨ ਭਾਰਤੀ ਰਾਜਾਂ ਨੂੰ ਕੋਈ ਨਾ ਕੋਈ ਕਮੀ ਕੱਢ ਕੇ ਹੜੱਪਣ ਲੱਗ ਪਏ। ਸਵਦੇਸ਼ੀ ਰਾਜਾਂ ਨੂੰ ਆਪਣੇ ਸਾਮਰਾਜ ਵਿੱਚ ਮਿਲਾਉਣ ਲੱਗ ਪਏ। ਪੂਰੀ ਤਰ੍ਹਾਂ ਨਾਲ ਅੰਗਰੇਜ਼ ਆ ਜਿਹੜਾ ਹਿੰਦੁਸਤਾਨੀ ਲੋਕਾਂ ਦਾ ਸ਼ੋਸ਼ਣ ਕਰਨ ਲੱਗਿਆ। ਉਹਨਾਂ ਦੇ ਹਰੇਕ ਅਸੰਤੋਸ਼ ਨੂੰ ਉਹ ਸਖਤੀ ਨਾਲ ਦਬਾ ਰਹੇ ਸਨ। ਉਹ ਦੇਸ਼ ਦੀ ਸੰਸਕ੍ਰਿਤੀ ਨੂੰ ਮਿਟਾ ਰਹੇ ਸਨ, ਪੱਛਮੀ ਸੱਭਿਅਤਾ ਨੂੰ ਵਧਾ ਰਹੇ ਸਨ, ਪੱਛਮੀ ਸਿੱਖਿਆ ਅਤੇ ਰਹਿਣ ਸਹਿਣ ਨੂੰ ਵੀ ਹੱਲਾਸ਼ੇਰੀ ਦੇ ਰਹੇ ਸਨ। ਇੱਥੋਂ ਤੱਕ ਕਿ ਉਹ ਖੇਤੀ ਨੂੰ ਆਪਣੀਆਂ ਮਿੱਲਾਂ ਨੂੰ ਚਲਾਉਣ ਲਈ ਕਰਵਾ ਰਹੇ ਸਨ, ਕਿਉਂਕਿ ਉਹਨਾਂ ਦੇ ਕਾਰਖਾਨੇ ਚਲਾਉਣ ਲਈ ਕਪਾਹ ਅਤੇ ਨੀਲ ਦੀ ਜ਼ਰੂਰਤ ਸੀ। ਇਸੇ ਦੀ ਖੇਤੀ 'ਤੇ ਉਹ ਜ਼ੋਰ ਦੇ ਰਹੇ ਸਨ। ਜਦੋਂ ਕਿ ਨੀਲ ਦੀ ਖੇਤੀ ਨਾਲ ਜ਼ਮੀਨ ਆ ਜਿਹੜੀ ਉਹ ਬੰਜਰ ਹੋ ਜਾਂਦੀ ਹੈ। ਜ਼ਮੀਨ 'ਤੇ ਲਗਾਨ ਬਹੁਤ ਜ਼ਿਆਦਾ ਵਸੂਲਦੇ ਸਨ, ਜਿਸ ਨਾਲ ਗਰੀਬ ਵਿਅਕਤੀ ਹੋਰ ਗਰੀਬ ਹੋ ਗਏ। ਇੱਥੋਂ ਕੱਚਾ ਮਾਲ ਸਸਤੀ ਕੀਮਤ 'ਤੇ ਖਰੀਦ ਕੇ ਆਪਣੇ ਦੇਸ਼ ਵਿੱਚ ਲੈ ਜਾਂਦੇ ਸਨ। ਉੱਥੇ ਦਾ ਤਿਆਰ ਮਾਲ ਜ਼ਿਆਦਾ ਕੀਮਤ 'ਤੇ ਲਿਆ ਕੇ ਦੇਸ਼ ਵਾਸੀਆਂ ਨੂੰ ਵੇਚਦੇ ਸਨ। ਹੌਲੀ ਹੌਲੀ ਲੋਕਾਂ ਵਿੱਚ ਅਸੰਤੋਸ਼ ਵੱਧਦਾ ਗਿਆ, ਜਿਸ ਨੇ 1857 ਈਸਵੀ ਦੇ ਸੰਗਰਾਮ ਨੂੰ ਜਗਾਉਣ ਵਿੱਚ ਚਿੰਗਾਰੀ ਦਾ ਕੰਮ ਕੀਤਾ। ਸੈਨਾ ਵਿੱਚ ਫੀਲਡ ਰਾਈਫਲ ਦਾ ਪ੍ਰਯੋਗ ਕੀਤਾ ਗਿਆ। ਇੰਝ ਕਿਹਾ ਜਾਂਦਾ ਸੀ ਕਿ ਇਹਨਾਂ ਦੇ ਅੰਦਰ ਜਿਹੜਾ ਕਾਰਤੂਸ ਲਗਾਉਣਾ ਹੁੰਦਾ ਸੀ ਉਸ 'ਤੇ ਸੂਰ ਜਾਂ ਗਾਂ ਦੇ ਮਾਸ ਦੀ ਚਰਬੀ ਦਾ ਖੋਲ ਚੜਿਆ ਹੁੰਦਾ ਸੀ, ਜਿਸ ਨੂੰ ਮੂੰਹ ਨਾਲ ਕੁਤਰ ਕੇ ਹਟਾਉਣਾ ਹੁੰਦਾ ਸੀ, ਜਿਸ ਨਾਲ ਮੁਸਲਮਾਨ ਅਤੇ ਹਿੰਦੂ ਦੋਨਾਂ ਦੀਆਂ ਹੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ। ਜਦੋਂ ਇਹ ਖਬਰ ਸੈਨਿਕਾਂ ਤੱਕ ਪਹੁੰਚੀ ਤਾਂ ਉਹਨਾਂ ਨੇ ਆਪਣੇ ਧਰਮ ਦੇ ਨਾਲ ਖਿਲਵਾੜ ਜਾਂ ਫਿਰ ਜਾਣ ਬੁੱਝ ਕੇ ਉਹਨਾਂ ਦੇ ਧਰਮ ਨੂੰ ਭ੍ਰਿਸ਼ਟ ਕਰਨਾ ਪ੍ਰਤੀਤ ਕੀਤਾ। ਇਸ ਦੇ ਨਾਲ ਹੀ 1856 ਈਸਵੀ ਵਿੱਚ ਅੰਗਰੇਜ਼ਾਂ ਨੇ ਭਾਰਤ ਦੇ ਕਈ ਭਾਗਾਂ ਨੂੰ ਜਿੱਤ ਕੇ ਆਪਣਾ ਸਾਮਰਾਜ ਸਥਾਪਿਤ ਕਰ ਲਿਆ। ਲਾਰਡ ਡਲਹੌਜੀ ਨੇ ਲੈਪਸ ਦੀ ਨੀਤੀ ਦੁਆਰਾ ਸਾਰੇ ਸਵਦੇਸ਼ੀ ਰਾਜਾਂ ਨੂੰ ਆਪਣੇ ਸਾਮਰਾਜ ਵਿੱਚ ਮਿਲਾ ਲਿਆ, ਜਿਸ ਦੇ ਕਾਰਨ ਭਾਰਤ ਦੇ ਕਈ ਹਿੱਸਿਆਂ ਵਿੱਚ ਬਹੁਤ ਜ਼ਿਆਦਾ ਗੁੱਸੇ ਦੀ ਲਹਿਰ ਫੈਲ ਗਈ। 1857 ਈਸਵੀ ਦੀ ਕ੍ਰਾਂਤੀ ਨੂੰ ਅੰਗਰੇਜ਼ਾਂ ਨੇ ਕੇਵਲ ਸੈਨਿਕਾਂ ਦੇ ਵਿਦਰੋਹ ਦਾ ਨਾਮ ਦਿੱਤਾ, ਜਦਕਿ ਭਾਰਤ ਦੇ ਇਤਿਹਾਸ ਵਿੱਚ ਇਹ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਦੀ ਆਵਾਜ਼ ਸੀ। ਇਸ ਵਿੱਚ ਦੇਸ਼ ਦੀ ਆਮ ਜਨਤਾ, ਨੇਤਾ, ਸੈਨਿਕ ਸਭ ਦੇ ਬਿਨਾਂ ਭੇਦਭਾਵ ਦੇ ਇਸ ਆਜ਼ਾਦੀ ਦੀ ਲੜਾਈ ਦੀ ਸ਼ੁਰੂਆਤ ਵਿੱਚ ਮਿਲ ਕੇ ਸਹਿਯੋਗ ਕੀਤਾ। ਇਸ ਲਈ ਇਸ ਨੂੰ ਇਤਿਹਾਸ ਵਿੱਚ ਪਹਿਲੇ ਸੁਤੰਤਰਤਾ ਸੰਗਰਾਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਹੁਣ ਅਸੀਂ ਦੇਖਦੇ ਹਾਂ 1857 ਈਸਵੀ ਦੇ ਪਹਿਲੇ ਸੁਤੰਤਰਤਾ ਸੰਗਰਾਮ ਦੇ ਪ੍ਰਭਾਵ। 1857 ਈਸਵੀ ਦੇ ਵਿਦਰੋਹ ਦੇ ਬਾਅਦ ਈਸਟ ਇੰਡੀਆ ਕੰਪਨੀ ਦਾ ਰਾਜ ਭਾਰਤ ਵਿੱਚ ਸਦਾ ਲਈ ਖਤਮ ਹੋ ਗਿਆ। ਹੁਣ ਉਹ ਪੂਰੀ ਤਰ੍ਹਾਂ ਨਾਲ ਅੰਗਰੇਜ਼ੀ ਸ਼ਾਸਨ ਦੇ ਅਧੀਨ ਹੋ ਗਿਆ। ਇਹ ਫੈਸਲਾ ਕੀਤਾ ਗਿਆ ਕਿ ਉਦੋਂ ਤੋਂ ਦੇਸ਼ ਦੀ ਹਰੇਕ ਗੱਲ ਜਾਂ ਸਮੱਸਿਆ ਦਾ ਹੱਲ ਬ੍ਰਿਟਿਸ਼ ਸ਼ਾਸਨ ਦੀ ਦੇਖ ਰੇਖ ਵਿੱਚ ਹੋਵੇਗਾ। ਈਸਟ ਇੰਡੀਆ ਕੰਪਨੀ ਦੇ ਸਮੇਂ ਭਾਰਤ ਦੇ ਮੁਗਲ ਸ਼ਾਸਕ ਦੇ ਰੂਪ ਵਿੱਚ ਬਹਾਦਰ ਸ਼ਾਹ ਜ਼ਫਰ ਬਾਦਸ਼ਾਹ ਸੀ,
ਜੋ ਇੱਕ ਨਰਮ ਦਿਲ ਵਿਅਕਤੀ ਸੀ। ਈਸਟ ਇੰਡੀਆ ਕੰਪਨੀ ਦੇ ਜਾਂਦੇ ਹੀ ਬਹਾਦਰ ਸ਼ਾਹ ਜ਼ਫਰ ਨੂੰ ਕੈਦ ਕਰ ਲਿਆ ਗਿਆ ਅਤੇ ਉਹਨਾਂ ਨੂੰ ਰੰਗੂਨ ਭੇਜ ਦਿੱਤਾ ਗਿਆ। ਉਸਦੇ ਜਿੰਨੇ ਵੀ ਵੰਸ਼ਜ ਤੇ ਉੱਤਰਾਧਿਕਾਰੀ ਸਨ ਉਹਨਾਂ ਸਾਰਿਆਂ ਤੋਂ ਅਧਿਕਾਰ ਤੇ ਵਿਸ਼ੇਸ਼ ਅਧਿਕਾਰ ਖੋਹ ਲਏ ਗਏ। ਨੰਬਰ 3 ਤੇ ਭਾਰਤ ਵਿੱਚ ਸ਼ਾਸਨ ਕਿਸ ਪ੍ਰਕਾਰ ਚੱਲੇਗਾ, ਉਸਦੇ ਲਈ ਇੱਕ ਭਾਰਤ ਮੰਤਰੀ ਬਣਾਇਆ ਗਿਆ। ਉਸ ਨੂੰ ਸ਼ਾਸਨ ਵਿਵਸਥਾ ਦਾ ਭਾਰ ਸੌਂਪਿਆ ਗਿਆ। ਇਹ ਭਾਰਤ ਮੰਤਰੀ ਭਾਰਤ ਦੀ ਸ਼ਾਸਨ ਵਿਵਸਥਾ ਨੂੰ ਸਹੀ ਢੰਗ ਨਾਲ ਚਲਾਉਣ ਲਈ ਉਸ ਨੂੰ ਇੰਗਲੈਂਡ ਦੀ ਸੰਸਦ ਦੇ ਪ੍ਰਤੀ ਜ਼ਿੰਮੇਵਾਰ ਬਣਾਇਆ ਗਿਆ। ਇਸ ਭਾਰਤ ਮੰਤਰੀ ਨੂੰ ਉਸਦੇ ਕੰਮਾਂ ਵਿੱਚ ਸਹਾਇਤਾ ਦੇਣ ਲਈ ਇੱਕ 15 ਮੈਂਬਰੀ ਕਮੇਟੀ ਬਣਾਈ ਗਈ ਜੋ ਆਪਣੇ ਵਿਚਾਰਾਂ ਤੋਂ ਭਾਰਤ ਮੰਤਰੀ ਨੂੰ ਜਾਣੂ ਕਰਵਾਉਂਦੇ ਸੀ ਅਤੇ ਭਾਰਤ ਮੰਤਰੀ ਇੱਥੇ ਸਾਰੀਆਂ ਗਤੀਵਿਧੀਆਂ ਦੀ ਰਿਪੋਰਟ ਇੰਗਲੈਂਡ ਸਰਕਾਰ ਕੋਲ ਭੇਜਦੇ ਸੀ। ਚੌਥੇ ਨੰਬਰ ਤੇ ਆ ਜੀ, ਇਸ ਦੇ ਬਾਅਦ ਇੰਗਲੈਂਡ ਸਰਕਾਰ ਦੁਆਰਾ ਇਹ ਮਹਿਸੂਸ ਕੀਤਾ ਗਿਆ ਕਿ ਉਹ ਸ਼ੋਸ਼ਣ ਤੇ ਅਤਿਆਚਾਰ, ਨਫ਼ਰਤ ਤੇ ਈਰਖਾ ਨਾਲ ਭਾਰਤ ਦੇ ਉੱਪਰ ਸ਼ਾਂਤੀਪੂਰਵਕ ਸ਼ਾਸਨ ਨਹੀਂ ਕਰ ਸਕਦੇ। ਇਸ ਲਈ 1858 ਈਸਵੀ ਵਿੱਚ ਮਹਾਰਾਣੀ ਵਿਕਟੋਰੀਆ ਨੇ ਇੱਕ ਮਹੱਤਵਪੂਰਨ ਐਲਾਨ ਕੀਤਾ ਜਿਸ ਦੇ ਅਨੁਸਾਰ ਅੰਗਰੇਜ਼ੀ ਸਰਕਾਰ ਭਾਰਤ ਵਿੱਚ ਸਮਾਨਤਾ, ਭਾਈਚਾਰਾ ਤੇ ਸਭ ਦੇ ਭਲੇ ਦਾ ਉਦੇਸ਼ ਨਾਲ ਕੰਮ ਕਰੇਗੀ। ਅੱਗੇ ਹੈਗਾ ਮਹਾਰਾਣੀ ਵਿਕਟੋਰੀਆ ਦੀ 1858 ਈਸਵੀ ਦੀ ਘੋਸ਼ਣਾ ਦੇ ਅਨੁਸਾਰ ਕਿਸੇ ਤੇ ਵੀ ਅਤਿਆਚਾਰ ਨਹੀਂ ਹੋਵੇਗਾ, ਭਾਰਤੀ ਸੰਸਕ੍ਰਿਤੀ ਨੂੰ ਖਤਮ ਹੋਣ ਨਹੀਂ ਦਿੱਤਾ ਜਾਵੇਗਾ। ਹੁਣ ਇੰਗਲੈਂਡ ਭਵਿੱਖ ਵਿੱਚ ਕਿਸੇ ਰਾਜ ਨੂੰ ਨਹੀਂ ਹੜਪੇਗਾ। ਜਿੰਨੇ ਰਾਜਾਂ, ਮਹਾਰਾਜਾ, ਬਾਦਸ਼ਾਹ ਹਨ ਉਹਨਾਂ ਦੇ ਜਿਹੜੇ ਵੀ ਵਿਸ਼ੇਸ਼ ਅਧਿਕਾਰ ਹਨ ਉਹਨਾਂ ਦੀ ਰੱਖਿਆ ਕੀਤੀ ਜਾਵੇਗੀ। ਪਰ ਅੰਗਰੇਜ਼ ਇਸ ਤੇ ਕਾਇਮ ਨਹੀਂ ਰਹਿ ਸਕੇ। ਉਹਨਾਂ ਦੀਆਂ ਸਮੇਂ-ਸਮੇਂ ਤੇ ਨੀਤੀਆਂ ਬਦਲਦੀਆਂ ਰਹੀਆਂ। ਉਹਨਾਂ ਨੇ ਫੈਸਲਾ ਕੀਤਾ ਕਿ ਭਾਰਤ ਵਿੱਚ ਜਿੰਨੇ ਵੀ ਵਿਦਰੋਹ ਹੋਏ, ਜਿਨ੍ਹਾਂ ਨਾਲ ਜਿਹੜਾ ਵੀ ਨੁਕਸਾਨ ਹੋਇਆ ਉਸ ਦੀ ਪੂਰਤੀ ਦੇਸ਼ ਵਾਸੀਆਂ ਤੇ ਟੈਕਸ ਲਗਾ ਕੇ ਕਰਨੀ ਹੋਵੇਗੀ। ਇਸ ਕਾਰਨ ਸਾਡੇ ਦੇਸ਼ ਦੇ ਲੋਕਾਂ ਅਤੇ ਖੇਤਾਂ ਤੇ ਬਹੁਤ ਜ਼ਿਆਦਾ ਟੈਕਸ ਲਗਾਏ ਗਏ। ਹੌਲੀ ਹੌਲੀ ਭਾਰਤ ਮੰਤਰੀ ਨੇ ਅੰਗਰੇਜ਼ਾਂ ਨੂੰ ਫੌਜ ਵਿੱਚ ਭਰਤੀ ਕਰਨਾ ਸ਼ੁਰੂ ਕਰ ਦਿੱਤਾ। ਭਾਰਤੀ ਫੌਜੀਆਂ ਦੀ ਸੰਖਿਆ ਘੱਟ ਕਰ ਦਿੱਤੀ ਗਈ। ਹੁਣ 5 ਭਾਰਤੀਆਂ ਤੇ 1 ਅੰਗਰੇਜ਼ ਅਫਸਰ ਸੀ। ਇਹਨਾਂ ਦੀ ਤਨਖਾਹ ਵਿੱਚ ਵੀ ਕਾਫੀ ਫਰਕ ਸੀ। ਨਾਲ ਹੀ ਇਹ ਕਾਨੂੰਨ ਬਣਾ ਦਿੱਤਾ ਗਿਆ ਕਿ ਭਾਰਤੀ ਫੌਜੀਆਂ ਦੀ ਤਨਖਾਹ ਅੰਗਰੇਜ਼ਾਂ ਨਾਲੋਂ ਹਮੇਸ਼ਾ ਹੀ ਘੱਟ ਰਹੇਗੀ। ਅੱਗੇ 8ਵਾਂ ਪੁਆਇੰਟ ਆ, ਅੰਗਰੇਜ਼ਾਂ ਨੇ ਅਲੱਗ-ਅਲੱਗ ਜਾਤੀਆਂ ਵਿੱਚ ਫੁੱਟ ਪਾ ਕੇ ਉਹਨਾਂ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਪਿਛੜੀ ਜਾਤੀ ਦੇ ਲੋਕਾਂ ਤੇ ਉੱਚੀ ਜਾਤੀ ਦੇ ਲੋਕਾਂ ਵਿਚਕਾਰ ਫੁੱਟ ਵਧਣ ਲੱਗੀ। ਧਰਮ ਦੇ ਨਾਮ ਤੇ ਵੀ ਉਹਨਾਂ ਨੇ ਦੇਸ਼ ਵਾਸੀਆਂ ਨੂੰ ਵੰਡਿਆ ਅਤੇ ਜਾਂਦੇ ਜਾਂਦੇ ਇਸ ਅਖੰਡ ਭਾਰਤ ਦੇ 2 ਭਾਗ ਵਿੱਚ ਇਸ ਪ੍ਰਕਾਰ ਵੰਡ ਗਏ ਕਿ ਉਹਨਾਂ ਦੇ ਬੀਜੇ ਹੋਏ ਬੀਜ ਦੀ ਫਸਲ ਨੂੰ ਅੱਜ ਅਸੀਂ ਕੱਟ ਰਹੇ ਹਾਂ। ਇਹ ਨਫ਼ਰਤ ਦਾ ਇਸ ਤਰ੍ਹਾਂ ਦਾ ਬੀਜ ਬੀਜਿਆ ਹੋਇਆ ਕਿ ਫਸਲ ਲਗਾਤਾਰ ਅਸੀਂ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕੱਟ ਰਹੇ ਹਾਂ। ਆਪਸ ਦੀ ਈਰਖਾ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀ। ਇਸ ਤਰ੍ਹਾਂ ਰਾਜਨੀਤਿਕ, ਸਮਾਜਿਕ, ਆਰਥਿਕ, ਧਾਰਮਿਕ ਆਦਿ ਕਈ ਕਾਰਨ ਸਨ ਜਿਨ੍ਹਾਂ ਨੇ 1857 ਈਸਵੀ ਦਾ ਵਿਦਰੋਹ ਪੈਦਾ ਕੀਤਾ, ਜਿਸ ਨੂੰ ਇਤਿਹਾਸ ਵਿੱਚ ਪਹਿਲੇ ਸੁਤੰਤਰਤਾ ਸੰਗਰਾਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜੇਕਰ ਸਾਡੇ ਲੋਕਾਂ ਵਿੱਚ ਇਕਜੁੱਟਤਾ ਹੁੰਦੀ ਤਾਂ ਅੰਗਰੇਜ਼ ਕਦੇ ਵੀ ਸਾਡੇ ਦੇਸ਼ ਤੇ 200 ਸਾਲ ਤੱਕ ਰਾਜ ਨਾ ਕਰਦੇ। ਸਾਡੀ ਆਪਸੀ ਫੁੱਟ ਤੇ ਸਵਾਰਥ ਨੇ ਅੰਗਰੇਜ਼ਾਂ ਨੂੰ ਅਵਸਰ ਦਿੱਤਾ ਕਿ ਸਾਨੂੰ 200 ਸਾਲ ਤੱਕ ਗੁਲਾਮ ਬਣਾਉਣ ਅਤੇ ਫਿਰ ਸਾਨੂੰ ਕੰਗਾਲ ਕਰਕੇ ਛੱਡਿਆ ਜਾਵੇ। ਜੇਕਰ ਸਾਰੇ ਦੇਸ਼ ਵਾਸੀ 1857 ਈਸਵੀ ਦੇ ਗਦਰ ਦੇ ਸਮੇਂ ਅੰਗਰੇਜ਼ਾਂ ਦਾ ਸਾਹਮਣਾ ਕਰਨ ਲਈ ਇਕੱਠੇ ਹੋ ਜਾਂਦੇ ਤਾਂ ਅੰਗਰੇਜ਼ ਸਰਕਾਰ ਕਦੋਂ ਦਾ ਹਿੰਦੁਸਤਾਨ ਛੱਡ ਕੇ ਜਾ ਚੁੱਕੀ ਹੁੰਦੀ ਅਤੇ ਦੇਸ਼ ਦੇ 2 ਹਿੱਸਿਆਂ ਵਿੱਚ ਵੰਡ ਨਹੀਂ ਹੁੰਦੀ। ਇਹ ਤਾਂ ਸੀਗੀ ਦੇਸ਼ ਦੀ ਗੱਲ। ਹੁਣ ਅਸੀਂ ਕਰਾਂਗੇ ਪੰਜਾਬ ਦੀ ਗੱਲ। ਪੰਜਾਬ ਦੇ ਸੰਦਰਭ ਵਿੱਚ 1857-58 ਈਸਵੀ ਦਾ ਵਿਦਰੋਹ। ਉੱਤਰੀ ਭਾਰਤ ਦੇ ਵੱਖ-ਵੱਖ ਭਾਗਾਂ ਵਿੱਚ 1857 ਈਸਵੀ ਵਿੱਚ ਭਾਰਤੀਆਂ ਨੇ ਭਾਰਤ ਦੀ ਅੰਗਰੇਜ਼ੀ ਸਰਕਾਰ ਵਿਰੁੱਧ ਵਿਦਰੋਹ ਕੀਤਾ। ਜੌਨ ਲਾਰੈਂਸ, ਜੌਨ ਸੀਲੇ ਤੇ ਬਹੁਤ ਸਾਰੇ ਹੋਰ ਅੰਗਰੇਜ਼ ਲੇਖਕਾਂ ਅਨੁਸਾਰ ਇਹ ਕੇਵਲ ਇੱਕ ਸੈਨਿਕ ਵਿਦਰੋਹ ਸੀ। ਦੂਜੇ ਪਾਸੇ BD ਸਾਵਰਕਰ, ਅਸ਼ੋਕ ਮਹਿਤਾ ਆਦਿ ਭਾਰਤੀ ਰਾਸ਼ਟਰਵਾਦੀ ਲੇਖਕਾਂ ਨੇ ਇਸ ਵਿਦਰੋਹ ਨੂੰ ਇੱਕ ਰਾਸ਼ਟਰੀ ਵਿਦਰੋਹ ਤੇ ਭਾਰਤੀ ਸੁਤੰਤਰਤਾ ਸੰਗਰਾਮ ਦੱਸਿਆ। ਭਾਵੇਂ ਸ਼ੁਰੂ ਵਿੱਚ ਇਹ ਇੱਕ ਸੈਨਿਕ ਵਿਦਰੋਹ ਹੀ ਸੀ, ਪਰ ਬਾਅਦ ਵਿੱਚ ਇਹ ਬ੍ਰਿਟਿਸ਼ ਰਾਜ ਵਿਰੁੱਧ ਭਾਰਤੀਆਂ ਦੀ ਇੱਕ ਵਿਸ਼ਾਲ ਤੇ ਭਿਆਨਕ ਬਗਾਵਤ ਦਾ ਰੂਪ ਧਾਰਨ ਕਰ ਗਿਆ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪੰਜਾਬ ਤੇ ਪੰਜਾਬ ਦੇ ਲੋਕਾਂ ਨੇ ਇਸ ਵਿਦਰੋਹ ਵਿੱਚ ਕੋਈ ਹਿੱਸਾ ਨਹੀਂ ਲਿਆ, ਸਗੋਂ ਇਸ ਦੇ ਉਲਟ ਉਹ ਬ੍ਰਿਟਿਸ਼ ਸਰਕਾਰ ਪ੍ਰਤੀ ਪੂਰਨ ਤੌਰ ਤੇ ਵਫਾਦਾਰ ਰਹੇ। ਪਰੰਤੂ ਆਧੁਨਿਕ ਖੋਜਾਂ ਦੇ ਆਧਾਰ ਤੇ ਇਹ ਵਿਚਾਰ ਠੀਕ ਨਹੀਂ ਮੰਨਿਆ ਜਾਂਦਾ। ਹਾਂ, ਇਹ ਜ਼ਰੂਰ ਹੈ ਕਿ ਕਈ ਕਾਰਨਾਂ ਕਰਕੇ ਪੰਜਾਬ ਵਿੱਚ ਵਿਦਰੋਹ ਨਾ ਫੈਲ ਸਕਿਆ ਜਾਂ ਇੱਕ ਭਿਆਨਕ ਵਿਦਰੋਹ ਦੀ ਸੰਭਾਵਨਾ ਨੂੰ
ਰੋਕ ਲਿਆ ਗਿਆ। ਹੁਣ ਅਸੀਂ ਗੱਲ ਕਰਾਂਗੇ ਕਿ ਇਸ ਵਿਦਰੋਹ ਦੇ ਸਮੇਂ ਪੰਜਾਬ ਦੀ ਸਥਿਤੀ ਕੀ ਸੀ। ਨੰਬਰ 1 ਤੇ ਹੈਗਾ ਪੰਜਾਬ ਦੇ ਲੋਕਾਂ ਵਿੱਚ ਅਸੰਤੋਖ। ਭਾਵੇਂ ਪੰਜਾਬ ਨੂੰ ਭਾਰਤੀ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕਰਨ ਦੇ ਉਪਰੰਤ ਪ੍ਰਸ਼ਾਸਨਿਕ ਬੋਰਡ ਅਤੇ 1857 ਈਸਵੀ ਵਿੱਚ ਜੌਨ ਲਾਰੈਂਸ ਨੇ ਚੀਫ ਕਮਿਸ਼ਨਰ ਵਜੋਂ ਰਾਜ ਪ੍ਰਬੰਧ ਵਿੱਚ ਆਧੁਨਿਕ ਢੰਗ ਦੇ ਅਨੇਕਾਂ ਸੁਧਾਰ ਕੀਤੇ, ਫਿਰ ਵੀ ਪੰਜਾਬ ਦੇ ਸਰਦਾਰ ਅਤੇ ਆਮ ਲੋਕ ਬ੍ਰਿਟਿਸ਼ ਸਰਕਾਰ ਤੋਂ ਸੰਤੁਸ਼ਟ ਨਹੀਂ ਹੋਏ। ਪੰਜਾਬ ਦੇ ਅੰਗਰੇਜ਼ ਅਧਿਕਾਰੀਆਂ ਨੇ 50,000 ਸੈਨਿਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਅਤੇ ਉਹਨਾਂ ਨੂੰ ਬੇਹਥਿਆਰ ਕਰ ਦਿੱਤਾ। ਨਾ ਕੇਵਲ ਖਾਲਸਾ ਸੈਨਾ ਨੂੰ ਵੀ ਭੰਗ ਕਰ ਦਿੱਤਾ ਗਿਆ, ਸਗੋਂ ਪੰਜਾਬ ਦੇ ਆਮ ਲੋਕਾਂ ਨੂੰ ਵੀ ਬੇਹਥਿਆਰ ਕਰ ਦਿੱਤਾ ਗਿਆ। ਕਈ ਸਰਦਾਰਾਂ ਦੀਆਂ ਜ਼ਮੀਨਾਂ ਜ਼ਬਤ ਕਰ ਲਈਆਂ ਗਈਆਂ, ਬਾਕੀ ਸਰਦਾਰਾਂ ਨੇ ਕਰੜੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ। ਜੌਨ ਲਾਰੈਂਸ ਨੇ ਜ਼ਗੀਰਦਾਰੀ ਪ੍ਰਥਾ ਸਮਾਪਤ ਕਰਨ ਦੇ ਉਪਰਾਲੇ ਵਿੱਚ ਜ਼ਗੀਰਦਾਰਾਂ ਦੀ ਜ਼ਗੀਰ ਖੋਹ ਲਈ। ਸਾਰੇ ਉੱਚੇ ਸਰਕਾਰੀ ਅਹੁਦਿਆਂ ਤੇ ਯੂਰਪੀਅਨਾਂ ਨੂੰ ਨਿਯੁਕਤ ਕਰ ਦਿੱਤਾ। ਹਿੰਦੂਆਂ, ਮੁਸਲਮਾਨਾਂ, ਸਿੱਖਾਂ ਨੂੰ ਅਜਿਹੇ ਅਹੁਦਿਆਂ ਤੋਂ ਵਾਂਝਿਆ ਕਰ ਦਿੱਤਾ ਗਿਆ। ਅੰਗਰੇਜ਼ਾਂ ਰਾਹੀਂ ਪ੍ਰਚਲਿਤ ਕੀਤੀ ਗਈ ਲਗਾਨ ਪ੍ਰਣਾਲੀ ਕਾਰਨ ਵੀ ਪੰਜਾਬ ਦੇ ਜ਼ਿਮੀਂਦਾਰ ਅਤੇ ਕਿਸਾਨ ਅਸੰਤੁਸ਼ਟ ਸਨ। ਸਰਕਾਰ ਦਾ ਹਿੱਸਾ ਜਾਂ ਜ਼ਮੀਨ ਦਾ ਲਗਾਨ ਇਹੀ ਉਹਨਾਂ ਦੀ ਅਸਲ ਆਮਦਨ ਸੀਗੀ, ਤਾਂ ਅੱਧਾ ਭਾਗ ਆ ਜਿਹੜਾ ਇਸੇ ਆਮਦਨ ਤੋਂ ਨਿਸ਼ਚਿਤ ਕੀਤਾ ਗਿਆ ਸੀ, ਜੋ ਜ਼ਮੀਂਦਾਰਾਂ ਦੇ ਕਿਸਾਨਾਂ ਨੂੰ ਹਰ ਹਾਲਤ ਵਿੱਚ ਨਕਦੀ ਦੇ ਰੂਪ ਵਿੱਚ ਦੇਣਾ ਪੈਂਦਾ ਸੀ। ਲਗਾਨ ਤੋਂ ਇਲਾਵਾ ਉਹਨਾਂ ਨੂੰ ਕੋਈ ਹੋਰ ਟੈਕਸ ਵੀ ਦੇਣੇ ਪੈਂਦੇ ਸਨ, ਜੋ ਮਿਲਾ ਕੇ ਲਗਾਨ ਦੀ ਰਕਮ 20% ਬਣ ਜਾਂਦੇ ਸਨ। ਅਜਿਹੇ ਹਾਲਾਤ ਵਿੱਚ ਛੋਟੇ ਜ਼ਮੀਂਦਾਰ ਤੇ ਕਿਸਾਨਾਂ ਦੀ ਹਾਲਤ ਖਾਸ ਤੌਰ ਤੇ ਬਹੁਤ ਖਰਾਬ ਹੋ ਗਈ ਸੀ। ਉਹਨਾਂ ਵਿੱਚੋਂ ਬਹੁਤ ਸਾਰੇ ਸ਼ਾਹੂਕਾਰਾਂ ਦੇ ਕਰਜ਼ਈ ਹੋ ਗਏ। ਪੰਜਾਬ ਵਿੱਚ ਬ੍ਰਿਟਿਸ਼ ਰਾਜ ਸਮਾਪਤ ਹੋਣ ਜਾਣ ਪਿੱਛੋਂ ਈਸਾਈ ਧਰਮ ਦਾ ਪ੍ਰਚਾਰ ਜ਼ੋਰ ਸ਼ੋਰ ਨਾਲ ਹੋਣ ਲੱਗਾ। ਪੰਜਾਬ ਦੇ ਅੰਗਰੇਜ਼ ਅਧਿਕਾਰੀ ਸਰਕਾਰੀ ਅਤੇ ਗੈਰ ਸਰਕਾਰੀ ਢੰਗ ਨਾਲ ਈਸਾਈ ਧਰਮ ਦੇ ਪ੍ਰਚਾਰਕਾਂ ਦੀ ਸਹਾਇਤਾ ਕਰਦੇ ਸਨ। ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਨੂੰ ਈਸਾਈ ਬਣਾਉਣ ਵਾਸਤੇ ਸਰਗਰਮ ਯਤਨ ਕੀਤੇ ਜਾ ਰਹੇ ਸਨ। ਇਹਨਾਂ ਸਭ ਕਾਰਨਾਂ ਕਰਕੇ 1857 ਈਸਵੀ ਦਾ ਵਿਦਰੋਹ ਆ ਜਿਹੜਾ ਉਹ ਸ਼ੁਰੂ ਹੋਣ ਸਮੇਂ ਪੰਜਾਬ ਦੇ ਲੋਕ ਬ੍ਰਿਟਿਸ਼ ਰਾਜ ਤੋਂ ਅਸੰਤੁਸ਼ਟ ਸਨ। 10 ਮਈ 1857 ਈਸਵੀ ਨੂੰ ਜਦੋਂ ਮੇਰਠ ਦੇ ਸਿਪਾਹੀਆਂ ਨੇ ਬਗਾਵਤ ਕਰ ਦਿੱਤੀ ਤਾਂ ਅਗਲੇ ਦਿਨ ਦਿੱਲੀ ਵੱਲ ਚਾਲੇ ਪਾਏ, ਤਾਂ ਉਸ ਸਮੇਂ ਦਾ ਗਵਰਨਰ ਜਨਰਲ ਕੈਨਿੰਗ ਡਰ ਗਿਆ ਕਿ ਕਿਤੇ ਇਹ ਵਿਦਰੋਹ ਪੰਜਾਬ ਵਿੱਚ ਵੀ ਫੈਲ ਨਾ ਜਾਵੇ। ਉਸ ਦੇ ਆਦੇਸ਼ ਤੇ ਪੰਜਾਬ ਦੇ ਚੀਫ ਕਮਿਸ਼ਨਰ ਜੌਨ ਲਾਰੈਂਸ ਅਤੇ ਰਾਬਰਟ ਮਾਂਟਗੋਮਰੀ ਨੇ ਇਸ ਪ੍ਰਾਂਤ ਵਿੱਚ ਅਮਨ ਬਣਾਏ ਰੱਖਣ ਲਈ ਤੁਰੰਤ ਅਗਵਾਈ ਕੀਤੀ। ਵਿਦਰੋਹ ਦੇ ਸਮੇਂ ਪੰਜਾਬ ਵਿੱਚ ਸੈਨਿਕ ਸਥਿਤੀ। ਜਦੋਂ ਮੇਰਠ ਵਿੱਚ ਭਾਰਤੀ ਸੈਨਿਕਾਂ ਨੇ ਵਿਦਰੋਹ ਕਰ ਦਿੱਤਾ ਤਾਂ ਉਸ ਸਮੇਂ ਪੰਜਾਬ ਵਿੱਚ ਲਗਭਗ 36,000 ਭਾਰਤੀ ਸੈਨਿਕ ਤੇ 10,500 ਯੂਰਪੀ ਸੈਨਿਕ ਸਨ। ਇਹਨਾਂ ਤੋਂ ਇਲਾਵਾ ਪੰਜਾਬ ਵਿੱਚ 12,000 ਘੁੜਸਵਾਰ ਪੈਦਲ ਸੈਨਿਕਾਂ ਦੀ ਪੰਜਾਬ ਫਰੰਟੀਅਰ ਫੋਰਸ ਨਾਮੀ ਅਨਿਯਮਿਤ ਸੈਨਾ ਅਤੇ ਲਗਭਗ 9,000 ਘੋੜਸਵਾਰਾਂ ਤੇ ਪੈਦਲ ਸਿਪਾਹੀਆਂ ਦੀ ਸੈਨਿਕ ਪੁਲਿਸ ਵੀ ਸੀ। ਲਾਹੌਰ, ਗੋਬਿੰਦਗੜ੍ਹ, ਅੰਮ੍ਰਿਤਸਰ ਵਿੱਚ ਆ ਜਿਹੜਾ ਮੁਲਤਾਨ ਦੇ ਕਿਲਿਆਂ ਵਿੱਚ ਯੂਰਪੀ ਸੈਨਿਕ ਸਨ, ਪਰੰਤੂ ਫਿਲੌਰ, ਕਾਂਗੜਾ, ਨੂਰਪੁਰ ਤੇ ਅਟਕ ਆਦਿ ਕਿਲਿਆਂ ਦੇ ਵਿੱਚ ਭਾਰਤੀ ਸੈਨਿਕ ਸਨ। ਦਿੱਲੀ ਵਿੱਚ ਵਿਦਰੋਹ ਹੋਣ ਦੇ ਤੁਰੰਤ ਪਿੱਛੋਂ ਪੰਜਾਬ ਸਰਕਾਰ ਨੇ ਕੁਝ ਯੂਰਪੀ ਭਾਰਤੀ ਸੈਨਿਕ ਟੁਕੜੀਆਂ ਦਿੱਲੀ ਭੇਜ ਦਿੱਤੀਆਂ। ਇਸ ਨਾਲ ਪੰਜਾਬ ਵਿੱਚ ਕੁੱਲ 33,000 ਭਾਰਤੀ ਸੈਨਿਕ ਤੇ ਲਗਭਗ 7,500 ਯੂਰਪੀ ਸੈਨਿਕ ਰਹਿ ਗਏ ਸਨ। ਮੇਰਠ ਤੇ ਦਿੱਲੀ ਵਿੱਚ ਭਾਰਤੀ ਸੈਨਿਕਾਂ ਦੀ ਬਗਾਵਤ ਦੀ ਖਬਰ ਮਿਲਣ ਤੇ ਜੁਡੀਸ਼ੀਅਲ ਕਮਿਸ਼ਨਰ ਮਾਂਟਗੋਮਰੀ ਨੇ 22 ਮਈ 1857 ਈਸਵੀ ਨੂੰ ਉੱਚ ਦਰਜੇ ਦੇ ਸਿਵਲ ਤੇ ਸੈਨਿਕ ਅੰਗਰੇਜ਼ ਅਧਿਕਾਰੀ ਨਾਲ ਸਹਿਯੋਗ ਤੇ ਸਲਾਹ ਕਰਕੇ ਫੈਸਲਾ ਕੀਤਾ ਕਿ ਮੀਆਂ ਮੀਰ ਵਿਖੇ ਭਾਰਤੀ ਸੈਨਿਕਾਂ ਨੂੰ ਨਿਹੱਥ ਕਰ ਦਿੱਤਾ ਜਾਏ। ਅਗਲੇ ਦਿਨ 13 ਮਈ ਨੂੰ ਮੀਆਂ ਮੀਰ ਵਿਖੇ ਸੈਨਿਕ ਛਾਉਣੀ ਦੇ ਕਮਾਂਡਰ ਬ੍ਰਿਗੇਡੀਅਰ ਕੋਰਬੈਟ ਦੀ ਸਹਾਇਤਾ ਨਾਲ ਉੱਥੋਂ ਦੇ ਭਾਰਤੀ ਸੈਨਿਕਾਂ ਨੂੰ ਸਵੇਰੇ ਪਰੇਡ ਦੇ ਸਮੇਂ ਬੇਹਥਿਆਰ ਕਰ ਦਿੱਤਾ ਗਿਆ ਅਤੇ ਉੱਥੇ ਦੀਆਂ 4 ਰੈਜੀਮੈਂਟਾਂ, ਜਿਨ੍ਹਾਂ ਵਿੱਚੋਂ 3 ਪੈਦਲ ਤੇ ਸੈਨਿਕ ਤੇ 1 ਘੁੜਸਵਾਰ ਸੀ,
ਤੋੜ ਦਿੱਤੀਆਂ ਗਈਆਂ। ਇਸ ਪਿੱਛੇ ਲਾਹੌਰ, ਪੇਸ਼ਾਵਰ, ਮੁਲਤਾਨ, ਰਾਵਲਪਿੰਡੀ, ਜਲੰਧਰ, ਨਵਾਂ ਸ਼ਹਿਰ, ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਡੇਰਾ ਜਾਤ ਵਿਖੇ ਭਾਰਤੀ ਸੈਨਿਕਾਂ ਨੂੰ ਨਿਹੱਥੇ ਕਰ ਦਿੱਤਾ ਗਿਆ। ਇਸ ਤਰ੍ਹਾਂ 18 ਰੈਜੀਮੈਂਟਾਂ ਦੇ ਕੁੱਲ 13,000 ਭਾਰਤੀ ਸੈਨਿਕਾਂ ਨੂੰ ਬੇਹਥਿਆਰ ਕਰ ਦਿੱਤਾ ਗਿਆ। ਗੋਬਿੰਦਗੜ੍ਹ, ਫਲੌਰ, ਮੁਲਤਾਨ, ਕਾਂਗੜਾ, ਅਟਕ ਆਦਿ ਕਿਲਿਆਂ ਦੇ ਉੱਤੇ ਵੀ ਸਰਕਾਰ ਨੇ ਯੂਰਪੀ ਸੈਨਿਕਾਂ ਦੀ ਰਾਹੀਂ ਪੂਰਾ ਅਧਿਕਾਰ ਕਰ ਲਿਆ। ਪੰਜਾਬ ਵਿੱਚ ਵੱਖ-ਵੱਖ ਸਥਾਨਾਂ ਉੱਤੇ ਭਾਰਤੀ ਸੈਨਿਕਾਂ ਦੇ ਵਿਦਰੋਹ ਕਰ ਦਿੱਤੇ ਗਏ। ਕਈ ਸਥਾਨਾਂ ਉੱਤੇ ਤਾਂ ਉਹਨਾਂ ਨੇ ਅੰਗਰੇਜ਼ ਅਧਿਕਾਰੀਆਂ ਨੂੰ ਮਾਰ ਦਿੱਤਾ, ਕੁਝ ਮਾਰ ਦਿੱਤਾ। ਜੌਨ ਲਾਰੈਂਸ ਦੇ ਆਦੇਸ਼ ਅਨੁਸਾਰ ਇਹਨਾਂ ਸੈਨਿਕਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਗਈ। ਅਨੇਕ ਸੈਨਿਕ ਸਥਾਨਾਂ ਦੇ ਉੱਤੇ ਉਹਨਾਂ ਨੂੰ ਨਿਹੱਥੇ ਕਰ ਦਿੱਤਾ ਗਿਆ ਅਤੇ ਉਹਨਾਂ ਦੀਆਂ ਸੈਨਿਕ ਟੁਕੜੀਆਂ ਤੋੜ ਦਿੱਤੀਆਂ ਗਈਆਂ। ਕਈ ਵਿਦਰੋਹੀ ਸੈਨਿਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਅਤੇ ਕਈ ਪੰਜਾਬ ਵਿੱਚੋਂ ਦੌੜ ਕੇ ਦਿੱਲੀ ਦੇ ਵਿਦਰੋਹੀ ਸੈਨਿਕਾਂ ਨਾਲ ਜਾ ਮਿਲੇ। ਭਾਰਤੀ ਸੈਨਿਕ ਦੇ ਵਿਦਰੋਹ ਦੇ ਕਾਰਨ ਸੰਖੇਪ ਵਰਣਨ ਆ ਜਿਹੜਾ ਉਹ ਇਸ ਪ੍ਰਕਾਰ ਆ। ਫਿਰੋਜ਼ਪੁਰ ਆ ਜਿਹੜਾ 14 ਮਈ 1857 ਈਸਵੀ ਨੂੰ 45ਵੀਂ ਤੇ 47ਵੀਂ ਰੈਜੀਮੈਂਟ ਨੇ ਵਿਰੋਧ ਕੀਤਾ। ਇੱਥੇ ਬ੍ਰਿਗੇਡੀਅਰ ਪੀ.ਇਨ ਨੇ ਉਹਨਾਂ ਨੂੰ ਵਿਰੁੱਧ ਤੁਰੰਤ ਅਗਵਾਈ ਕੀਤੀ। ਕਾਫੀ ਸਾਰੇ ਸੈਨਿਕ ਬੇਹਥਿਆਰ ਕਰ ਦਿੱਤੇ ਗਏ, ਉਹਨਾਂ ਦਾ ਅਸਲਾਖਾਨਾ ਤਬਾਹ ਕਰ ਦਿੱਤਾ ਗਿਆ ਤੇ ਵਿਦਰੋਹੀ ਸੈਨਿਕਾਂ ਦਾ ਪਿੱਛਾ ਕੀਤਾ ਗਿਆ। ਉਹਨਾਂ ਵਿੱਚ ਕਈ ਪਟਿਆਲਾ ਰਾਜ ਵਿੱਚ ਦੌੜ ਗਏ, ਉੱਥੇ ਗ੍ਰਿਫਤਾਰ ਕਰ ਲਏ ਗਏ ਤੇ ਬਾਕੀ ਦਿੱਲੀ ਵੱਲ ਦੌੜ ਗਏ, ਉੱਥੇ ਵਿਦਰੋਹੀਆਂ ਨਾਲ ਜਾ ਮਿਲੇ। ਫਿਰ ਹੈ ਹਾਂਸੀ। 15 ਮਈ 1857 ਈਸਵੀ ਨੂੰ ਹਾਂਸੀ ਵਿਖੇ ਭਾਰਤੀ ਸੈਨਿਕ ਨੇ ਬਗਾਵਤ ਕਰ ਦਿੱਤੀ ਅਤੇ ਦਿੱਲੀ ਵੱਲ ਚਾਲੇ ਪਾਏ। ਕੁਝ ਦਿਨਾਂ ਪਿੱਛੋਂ ਉੱਥੋਂ ਦੇ ਸਾਰੇ ਭਾਰਤ ਸੈਨਿਕ ਵਿਦਰੋਹ ਕਰਨ ਲੱਗੇ। ਉਹਨਾਂ ਨੇ ਕਈ ਯੂਰਪੀਅਨ ਮਰਦਾਂ, ਔਰਤਾਂ ਤੇ ਬੱਚਿਆਂ ਨੂੰ ਕਤਲ ਕਰ ਦਿੱਤਾ। ਹਾਂਸੀ ਸ਼ਹਿਰ ਵਿੱਚ ਲੁੱਟ ਮਾਰ ਮਚਾ ਦਿੱਤੀ। 27 ਮਈ ਨੂੰ ਉਹਨਾਂ ਹਿਸਾਰ ਦੇ ਕਿਲੇ ਤੇ ਹਮਲਾ ਬੋਲ ਦਿੱਤਾ ਅਤੇ ਉੱਥੋਂ ਦੇ ਡਿਪਟੀ ਕਮਿਸ਼ਨਰ ਅਤੇ 12 ਹੋਰ ਯੂਰਪੀਅਨਾਂ ਨੂੰ ਮਾਰ ਦਿੱਤਾ ਗਿਆ। ਅੱਗੇ ਹੈਗਾ ਜੁਤੋਗ ਤੇ ਕਸੌਲੀ। 15-16 ਮਈ 1857 ਈਸਵੀ ਨੂੰ ਜੁਤੋਗ ਤੇ ਕਸੌਲੀ ਦੇ ਭਾਰਤੀ ਸੈਨਿਕ ਬਾਗੀ ਹੋ ਗਏ। ਕਸੌਲੀ ਦੇ ਸੈਨਿਕਾਂ ਨੇ ਖਜ਼ਾਨਾ ਲੁੱਟ ਲਿਆ ਅਤੇ ਜੁਤੋਗ ਵੱਲ ਚੜ੍ਹਾਈ ਕਰ ਦਿੱਤੀ। ਰਸਤੇ ਵਿੱਚ ਉਹਨਾਂ ਨੂੰ ਯੂਰਪੀਅਨਾਂ ਨੇ ਲੁੱਟ ਲਿਆ ਤੇ ਪਰੰਤੂ ਜੁਤੋਗ ਪਹੁੰਚਣ ਦੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਿਸ਼ਾਵਰ ਤੇ ਹੋਤੀ ਮਰਦਾਨ 21-22 ਮਈ 1857 ਈਸਵੀ ਨੂੰ ਬੇਹਥਿਆਰ ਕੀਤੇ ਜਾਣ ਤੇ 51ਵੀਂ, 55ਵੀਂ ਤੇ 24ਵੀਂ ਰੈਜੀਮੈਂਟਾਂ ਨੇ ਭਾਰਤੀ ਸੈਨਿਕਾਂ ਨੇ ਬਗਾਵਤ ਕਰ ਦਿੱਤੀ, ਪਰੰਤੂ ਉਹਨਾਂ ਦਾ ਨਸ਼ਹਿਰਾ ਵਿਖੇ ਗ੍ਰਿਫਤਾਰ ਕਰ ਲਿਆ ਗਿਆ। 55ਵੀਂ ਰੈਜੀਮੈਂਟ ਦੇ ਬਹੁਤ ਸਾਰੇ ਵਿਦਰੋਹੀ ਸੈਨਿਕਾਂ ਨੇ ਸੈਨਿਕ ਸੀਗੇ ਜਿਹੜੇ ਉਹ ਵਿਦਰੋਹੀ ਹੋ ਗਏ ਸੀ। ਮਰਦਾਨ ਤੋਂ ਸਵਾਤ ਵੱਲ ਦੌੜ ਜਾਣ ਦਾ ਉਹਨਾਂ ਨੇ ਯਤਨ ਕੀਤਾ। ਕਰਨਲ ਨਿਕਲਸਨ ਦੀ ਅਗਵਾਈ ਹੇਠ ਯੂਰਪੀ ਸੈਨਿਕਾਂ ਨੇ ਉਹਨਾਂ ਦਾ ਪਿੱਛਾ ਕੀਤਾ। ਲਗਭਗ 100 ਭਾਰਤੀ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 300 ਤੋਂ 400 ਤੱਕ ਫੱਟੜ ਹੋ ਗਏ ਤੇ 120 ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਾਕੀ ਸਵਾਤ ਪਹੁੰਚਣ ਵਿੱਚ ਸਫਲ ਹੋ ਗਏ। ਫਿਰ ਜਲੰਧਰ ਤੇ ਫਿਲੌਰ। 7 ਜੂਨ 1857 ਈਸਵੀ ਨੂੰ ਜਲੰਧਰ ਵਿੱਚ 36ਵੀਂ ਅਤੇ 61ਵੀਂ ਰੈਜੀਮੈਂਟਾਂ ਦੇ ਭਾਰਤੀ ਸੈਨਿਕਾਂ ਦੇ ਵਿਦਰੋਹ ਕਰ ਦਿੱਤਾ। ਉਹਨਾਂ ਨੇ ਇਹਨਾਂ ਰੈਜੀਮੈਂਟਾਂ ਦੇ ਕਈ ਯੂਰਪੀ ਅਧਿਕਾਰੀਆਂ ਨੂੰ ਫੱਟੜ ਕਰ ਦਿੱਤਾ ਤੇ ਕਈਆਂ ਘਰਾਂ ਨੂੰ ਅੱਗ ਲਾ ਦਿੱਤੀ। ਜਲੰਧਰ ਵਿੱਚ ਵਿਦਰੋਹੀ ਸੈਨਿਕਾਂ ਨੇ ਦਿੱਲੀ ਵੱਲ ਕੂਚ ਕੀਤਾ। ਉੱਥੇ ਫਿਲੌਰ ਪਹੁੰਚੇ ਤਾਂ ਉੱਥੋਂ ਦੀ 3 ਰੈਜੀਮੈਂਟ ਨੇ ਭਾਰਤ ਸਰਕਾਰ ਦੇ ਭਾਰਤੀ ਸੈਨਿਕ ਉਹਨਾਂ ਦੇ ਵਿਦਰੋਹ ਵਿੱਚ ਨਾਲ ਸਨ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਰਿਕੈਟਸ ਦੇ ਉਹਨਾਂ ਨੂੰ ਰੋਕਣ ਦੇ ਯਤਨਾਂ ਦੇ ਬਾਵਜੂਦ ਉਹ ਸਤਲੁਜ ਪਾਰ ਕਰਨ ਵਿੱਚ ਸਫਲ ਹੋ ਗਏ। ਲੁਧਿਆਣਾ ਪਹੁੰਚ ਕੇ ਉਹਨਾਂ ਨੇ ਸਰਕਾਰੀ ਅਰਧ ਸਰਕਾਰੀ ਘਰਾਂ 'ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਕੈਦੀਆਂ ਨੂੰ ਰਿਹਾ ਕਰਵਾਇਆ ਤੇ ਫਿਰ ਦਿੱਲੀ ਵੱਲ ਚਾਲੇ ਪਾਏ। ਨਾਭਾ ਦੇ ਸੈਨਿਕਾਂ ਨੇ ਲੁਧਿਆਣਾ ਦੀ ਰੱਖਿਆ ਕਰਨ ਲਈ ਡਿਪਟੀ ਕਮਿਸ਼ਨਰ ਦੀ ਬਹੁਤ ਸਹਾਇਤਾ ਕੀਤੀ।
ਫਿਰ ਅੱਗੇ ਗੱਲ ਕਰਾਂਗੇ ਸਿਆਲਕੋਟ ਦੀ। ਸਿਆਲਕੋਟ ਵਿਖੇ ਭਾਰਤੀ ਸੈਨਿਕਾਂ ਨੇ 9 ਜੁਲਾਈ 1857 ਈਸਵੀ ਨੂੰ ਬਗਾਵਤ ਕਰ ਦਿੱਤੀ। ਉਹਨਾਂ ਨੇ ਕਈ ਯੂਰਪੀਅਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਜੇਲ੍ਹਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ। 300 ਕੈਦੀਆਂ ਨੂੰ ਰਿਹਾ ਕਰ ਦਿੱਤਾ ਗਿਆ। ਉਹਨਾਂ ਨੇ ਕਈ ਸਰਕਾਰੀ ਇਮਾਰਤਾਂ ਨੂੰ ਅੱਗ ਲਗਾ ਦਿੱਤੀ। ਸਿਆਲਕੋਟ ਦੇ ਲੋਕ ਵੀ ਉਹਨਾਂ ਦੇ ਨਾਲ ਮਿਲ ਗਏ। ਸ਼ਹਿਰ ਵਿੱਚ ਲੁੱਟਮਾਰ ਕਰਨ ਪਿੱਛੋਂ ਵਿਰੋਧੀਆਂ ਨੇ ਗੁਰਦਾਸਪੁਰ ਵੱਲ ਨੂੰ ਕੂਚ ਕੀਤਾ। ਉਹਨਾਂ ਵਿੱਚੋਂ ਕੁਝ ਜੰਮੂ ਵੱਲ ਚਲੇ ਗਏ। ਰਸਤੇ ਵਿੱਚ ਬ੍ਰਿਗੇਡੀਅਰ ਨਿਕਲਸਨ ਦੀ ਅਗਵਾਈ ਹੇਠ ਯੂਰਪੀ ਸੈਨਿਕਾਂ ਨੇ ਉਹਨਾਂ ਨੂੰ ਰੋਕ ਲਿਆ। ਵਿਦਰੋਹੀ ਬਹਾਦਰੀ ਨਾਲ ਲੜੇ। ਉਹਨਾਂ ਵਿੱਚੋਂ 144 ਮਾਰੇ ਗਏ ਤੇ 108 ਫੜ ਕੇ ਫਾਂਸੀ ਦੇ ਦਿੱਤੇ ਗਏ। 138 ਸੈਨਿਕਾਂ ਨੂੰ ਕੈਦੀ ਬਣਾ ਲਿਆ ਗਿਆ। ਅੱਗੇ ਲਾਹੌਰ ਵਿੱਚ ਨਿਹੱਥੇ ਕੀਤੇ ਭਾਰਤੀ ਸੈਨਿਕ ਬੇਚੈਨ ਸਨ। 30 ਜੁਲਾਈ 1857 ਈਸਵੀ ਨੂੰ 26ਵੀਂ ਪਿਆਦਾ ਰੈਜੀਮੈਂਟ ਦੇ ਭਾਰਤੀ ਸੈਨਿਕਾਂ ਨੇ ਵਿਦਰੋਹ ਕਰ ਦਿੱਤਾ। ਉਹਨਾਂ ਨੇ ਅੰਗਰੇਜ਼ ਅਧਿਕਾਰੀਆਂ ਉੱਤੇ ਹਮਲੇ ਕਰ ਦਿੱਤੇ ਤੇ ਫਿਰ ਰਾਵੀ ਨਦੀ ਦੇ ਨਾਲ ਉੱਤਰ ਵੱਲ ਨੂੰ ਵੱਧ ਗਏ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਐਫ ਕਪੂਰ ਦੀ ਅਗਵਾਈ ਹੇਠ ਯੂਰਪੀ ਸੈਨਾ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਲਗਭਗ 50 ਭਾਰਤੀ ਸੈਨਿਕ ਜਾਂ ਤਾਂ ਨਦੀ ਵਿੱਚ ਡੁੱਬ ਗਏ ਜਾਂ ਗੋਲੀਆਂ ਨਾਲ ਮਾਰੇ ਗਏ। ਬਾਕੀ 282 ਭਾਰਤੀ ਸੈਨਿਕ ਗ੍ਰਿਫਤਾਰ ਕਰ ਲਏ ਗਏ ਅਤੇ ਅਗਸਤ ਨੂੰ ਉਹਨਾਂ ਨੂੰ ਅਜਨਾਲਾ ਦੇ ਥਾਣੇ ਵਿੱਚ ਲਿਆਂਦਾ ਗਿਆ। ਇਹਨਾਂ ਵਿੱਚੋਂ 237 ਵਿਅਕਤੀਆਂ ਨੂੰ ਕੂਪਰ ਦਾ ਹੁਕਮ ਅਨੁਸਾਰ ਗੋਲੀਆਂ ਮਾਰ ਦਿੱਤੀਆਂ ਗਈਆਂ ਤੇ ਬਾਕੀ 45 ਵਿਅਕਤੀਆਂ ਨੂੰ ਕਮਰੇ ਵਿੱਚ ਦਮ ਘੁੱਟਣ ਕਾਰਨ ਮੌਤ ਦੇ ਦਿੱਤੀ ਗਈ। ਫਿਰ ਹੈਗਾ ਸਿੱਖ ਸੈਨਿਕ ਦਾ ਵਿਦਰੋਹ ਵਿੱਚ ਸ਼ਾਮਲ ਹੋਣਾ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਸਿੱਖ ਸੈਨਿਕਾਂ ਨੇ ਵਿਦਰੋਹ ਦੇ ਦੌਰਾਨ ਬ੍ਰਿਟਿਸ਼ ਸਰਕਾਰ ਦੀ ਸਹਾਇਤਾ ਕੀਤੀ, ਪਰੰਤੂ ਇਹ ਕਥਨ ਪੂਰਨ ਰੂਪ ਵਿੱਚ ਠੀਕ ਨਹੀਂ ਹੈ। ਆਪਣੀ ਘੱਟ ਗਿਣਤੀ ਹੁੰਦੇ ਹੋਏ ਵੀ ਸਿੱਖ ਸੈਨਿਕਾਂ ਦੇ ਕਈ ਸਥਾਨਾਂ ਤੇ ਵਿਦਰੋਹ ਵਿੱਚ ਹਿੱਸਾ ਲਿਆ। 5 ਜੂਨ 1857 ਈਸਵੀ ਨੂੰ ਸਿੱਖਾਂ ਦੀ ਲੁਧਿਆਣਾ ਰੈਜੀਮੈਂਟ ਨੇ ਜੋ ਬਨਾਰਸ ਵਿੱਚ ਸੀ ਬਗਾਵਤ ਕਰ ਦਿੱਤੀ। ਇਹਨਾਂ ਵਿੱਚੋਂ ਕਈ ਸਿੱਖ ਸੈਨਿਕ ਦਿੱਲੀ ਵਿੱਚ ਜਾ ਵਿਦਰੋਹੀਆਂ ਨਾਲ ਮਿਲ ਗਏ। 23ਵੀਂ ਰੈਜੀਮੈਂਟ ਦੇ 90 ਸਿੱਖ ਸੈਨਿਕਾਂ ਨੇ ਮਹਾਊ ਵਿਖੇ ਵਿਦਰੋਹ ਕਰ ਦਿੱਤਾ। ਉਹਨਾਂ ਨੂੰ ਆਗਰਾ ਵਿਖੇ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਨੇ ਯੂਰਪੀ ਅਧਿਕਾਰੀਆਂ ਦੇ ਹੁਕਮ ਮੰਨਣ ਦੀ ਸਹੁੰ ਖਾਧੀ, ਪਰੰਤੂ 4 ਜੁਲਾਈ 1857 ਈਸਵੀ ਨੂੰ ਉਹ ਫਿਰ ਜੇਲ੍ਹ ਤੋਂ ਬਾਹਰ ਨੱਸ ਕੇ ਬਾਗੀ ਹੋ ਗਏ। ਜਦੋਂ ਇਲਾਹਾਬਾਦ ਦੇ ਸਿੱਖ ਸੈਨਿਕਾਂ ਨੂੰ ਬਨਾਰਸ ਦੇ ਸਿੱਖ ਸੈਨਿਕਾਂ ਦੇ ਵਿਦਰੋਹ ਦੀ ਖਬਰ ਮਿਲੀ ਤਾਂ ਉਹਨਾਂ ਨੇ ਵੀ ਬਗਾਵਤ ਕਰਨ ਦੀ ਯੋਜਨਾ ਬਣਾਈ, ਪਰੰਤੂ ਉਹਨਾਂ ਦੇ ਅਫਸਰ ਲੈਫਟੀਨੈਂਟ ਬਰੇਜ਼ਰ ਨੇ ਉਹਨਾਂ ਨੂੰ ਘੇਰਾ ਪਾ ਲਿਆ ਤੇ ਉਹਨਾਂ ਨੂੰ ਵਿਦਰੋਹ ਵਿੱਚ ਸ਼ਾਮਲ ਨਾ ਹੋਣ ਦੀ ਸਹੁੰ ਖਵਾਈ ਤੇ ਮਜਬੂਰ ਕਰ ਦਿੱਤਾ ਗਿਆ। ਅੱਗੇ ਹੈਗਾ ਸਿੱਖ ਸ਼ਾਸਕਾਂ ਦੀ ਅੰਗਰੇਜ਼ਾਂ ਨੂੰ ਸਹਾਇਤਾ। 1857-58 ਈਸਵੀ ਦੇ ਵਿਦਰੋਹ ਦੌਰਾਨ ਪੰਜਾਬ ਦੇ ਸਿੱਖ ਸ਼ਾਸਕਾਂ ਨੇ ਅੰਗਰੇਜ਼ਾਂ ਨੂੰ ਵਡਮੁੱਲੀ ਸਹਾਇਤਾ ਦਿੱਤੀ। ਭਾਰਤ ਦੇ ਕਿਸੇ ਵੀ ਹੋਰ ਰਾਜੇ ਨੇ ਇਸ ਵਿਦਰੋਹ ਵਿੱਚ ਬ੍ਰਿਟਿਸ਼ ਸਰਕਾਰ ਪ੍ਰਤੀ ਅੰਗਰੇਜ਼ ਅਧਿਕਾਰੀਆਂ ਦੇ ਆਦੇਸ਼ ਅਨੁਸਾਰ ਉਸਨੇ ਸਤਲੁਜ ਜਮਨਾ ਦੇ ਵਿਚਾਲੇ ਪ੍ਰਦੇਸ਼ਾਂ ਦੀ ਰੱਖਿਆ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। ਉਸਨੇ ਬ੍ਰਿਟਿਸ਼ ਸਰਕਾਰ ਦੀ ਸਹਾਇਤਾ ਕਰਨ ਨਾਲ ਵੱਖ-ਵੱਖ ਸਥਾਨਾਂ ਦੇ ਵਿਦਰੋਹ ਨੂੰ ਦਬਾਉਣ ਲਈ 2156 ਘੋੜਸਵਾਰ, 2846 ਪੈਦਲ ਸੈਨਿਕ ਤੇ 8 ਤੋਪਾਂ ਭੇਜੀਆਂ। ਮਹਾਰਾਜਾ ਰਾਹੀਂ ਦਿੱਤੀ ਗਈ ਸਹਾਇਤਾ ਅੰਗਰੇਜ਼ਾਂ ਲਈ ਅੰਗਰੇਜ਼ ਸੈਨਿਕਾਂ ਦੇ ਬ੍ਰਿਗੇਡ ਦੇ ਸਮਾਨ ਸੀ। ਜੀਂਦ ਦੇ ਰਾਜਾ ਸਰੂਪ ਸਿੰਘ ਨੇ ਸੈਨਾ ਸਹਿਤ ਆਪ ਥਾਨੇਸਰ, ਕਰਨਾਲ, ਪਾਣੀਪਤ, ਦਿੱਲੀ ਆਦਿ ਜਾ ਕੇ ਵਿਦਰੋਹੀਆਂ ਵਿਰੁੱਧ ਅੰਗਰੇਜ਼ਾਂ ਦੀ ਸਹਾਇਤਾ ਕੀਤੀ। ਉਸਨੇ ਹਾਂਸੀ, ਝੱਜਰ, ਰੋਹਤਕ, ਗੋਹਾਣਾ ਵਿਖੇ ਵਿਦਰੋਹ ਦਬਾਉਣ ਦੀ ਅੰਗਰੇਜ਼ਾਂ ਦੀ ਮਦਦ ਕੀਤੀ ਤੇ ਉਸ ਲਈ ਸੈਨਿਕ ਭੇਜੇ। ਨਾਭਾ ਦੇ ਰਾਜਾ ਭਰਪੂਰ ਸਿੰਘ ਨੇ ਲੁਧਿਆਣਾ ਸ਼ਹਿਰ ਵਿੱਚ ਅਤੇ ਲੁਧਿਆਣਾ ਤੇ ਨਾਭੇ ਦੇ ਅੰਬਾਲੇ ਦੀਆਂ ਸੜਕਾਂ ਦੀ ਰੱਖਿਆ ਕਰਨ ਵਿੱਚ ਅੰਗਰੇਜ਼ਾਂ ਦੀ ਵਡਮੁੱਲੀ ਸਹਾਇਤਾ ਕੀਤੀ। ਸੂਬੇ ਵਿੱਚ ਇਹਨਾਂ 3 ਫੂਲਕੀਆਂ ਸ਼ਾਸਕਾਂ ਦੀ ਬ੍ਰਿਟਿਸ਼ ਸਰਕਾਰ ਪ੍ਰਤੀ ਵਫਾਦਾਰੀ ਨੇ ਮਹੱਤਵਪੂਰਨ ਸੇਵਾਵਾਂ ਕਾਰਨ ਹੀ ਪੰਜਾਬ ਦਾ ਪ੍ਰਾਂਤ ਭਿਆਨਕ ਵਿਦਰੋਹ ਤੋਂ ਸੁਰੱਖਿਅਤ ਰਹਿ ਗਿਆ।
ਕਪੂਰਥਲਾ ਦੇ ਰਾਜਾ ਰਣਧੀਰ ਸਿੰਘ ਨੇ ਜਲੰਧਰ ਤੇ ਹੁਸ਼ਿਆਰਪੁਰ ਦੀ ਰੱਖਿਆ ਕਰਨ ਲਈ ਯੋਗਦਾਨ ਪਾਇਆ। ਫਰੀਦਕੋਟ ਦੇ ਰਾਜਾ ਵਜ਼ੀਰ ਸਿੰਘ ਨੇ ਅੰਗਰੇਜ਼ਾਂ ਦੀ ਸਹਾਇਤਾ ਕਰਨ ਲਈ ਫਿਰੋਜ਼ਪੁਰ ਤੇ ਸਿਰਸਾ ਵਿੱਚ ਸੈਨਾਵਾਂ ਭੇਜੀਆਂ। ਭਾਰਤ ਵਿੱਚ ਬ੍ਰਿਟਿਸ਼ ਸਰਕਾਰ ਨੇ ਸਿੱਖ ਸ਼ਾਸਕਾਂ ਰਾਹੀਂ ਕੀਤੀਆਂ ਗਈਆਂ ਸੇਵਾਵਾਂ ਦੀ ਬੜੀ ਸ਼ਲਾਘਾ ਕੀਤੀ ਤੇ ਵਿਰੋਧ ਨੂੰ ਦਬਾਉਣ ਉਪਰੰਤ ਇਹਨਾਂ ਸ਼ਾਸਕਾਂ ਨੂੰ ਇਨਾਮ ਦਿੱਤੇ। ਵਿਦਰੋਹ ਵਿੱਚ ਹਿੱਸਾ ਲੈਣ ਵਾਲੇ ਨਵਾਬਾਂ ਅਤੇ ਰਾਜਿਆਂ ਦੇ ਜਿਹੜੇ ਵੀ ਲਿਫਾਫੇ ਇਲਾਕੇ ਖੋਹ ਲਏ ਗਏ। ਇਹਨਾਂ ਵਿੱਚੋਂ ਕੁਝ ਇਲਾਕੇ ਪਟਿਆਲਾ, ਜੀਂਦ ਤੇ ਨਾਭਾ ਸ਼ਾਸਕਾਂ ਨੂੰ ਦਿੱਤੇ ਗਏ ਤੇ ਉਹਨਾਂ ਨੂੰ ਵਿਸ਼ੇਸ਼ ਉਪਾਧੀਆਂ ਵੀ ਦਿੱਤੀਆਂ ਗਈਆਂ। ਹੁਣ ਅਸੀਂ ਦੇਖਦੇ ਹਾਂ ਪੰਜਾਬ ਵਿੱਚ ਇੰਨੇ ਵੱਡੇ ਪੱਧਰ ਤੇ ਜਿਹੜਾ ਵਿਦਰੋਹ ਹੋਇਆ ਸੀ ਉਹਦੇ ਕੀ ਕਾਰਨ ਸੀਗੇ, ਕਿਉਂਕਿ 4 ਚੁਫੇਰੇ ਹਰੇਕ ਰਿਆਸਤ ਦੇ ਵਿੱਚ ਵਿਦਰੋਹ ਹੋਇਆ। 1857 ਈਸਵੀ ਵਿੱਚ ਪੰਜਾਬ ਦੇ ਅਨੇਕਾਂ ਸ਼ਹਿਰਾਂ ਵਿੱਚ ਭਾਰਤੀ ਸੈਨਿਕਾਂ ਨੇ ਵਿਦਰੋਹ ਕਰ ਦਿੱਤਾ। ਕਈ ਸਥਾਨਾਂ ਤੇ ਛੋਟੇ ਰਾਜਾਂ ਦੇ ਸ਼ਾਸਕਾਂ ਅਤੇ ਆਮ ਲੋਕਾਂ ਨੇ ਵੀ ਵਿਦਰੋਹ ਵਿੱਚ ਹਿੱਸਾ ਲਿਆ। ਫਿਰ ਵੀ ਪੰਜਾਬ ਵਿੱਚ ਵੱਡੇ ਪੱਧਰ ਤੇ ਵਿਦਰੋਹ ਨਾ ਹੋ ਸਕਿਆ। ਇਹ ਠੀਕ ਹੈ ਕਿ ਪੰਜਾਬ ਦੇ ਲੋਕ ਖਾਸ ਤੇ ਮੁੱਖ ਤੌਰ ਤੇ ਸਿੱਖ ਅੰਗਰੇਜ਼ਾਂ ਪ੍ਰਤੀ ਵਫਾਦਾਰ ਨਹੀਂ ਸਨ। ਫਿਰ ਵੀ ਉਹਨਾਂ ਨੇ ਵਿਦਰੋਹ ਵਿੱਚ ਵੱਧ ਚੜ੍ਹ ਕੇ ਹਿੱਸਾ ਨਹੀਂ ਲਿਆ ਤੇ ਇਸ ਕਾਰਨ ਉਹਨਾਂ ਦਾ ਜਿਹੜਾ ਨਹੀਂ ਲਿਆ ਉਹਦੇ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ ਹਨ। ਨੰਬਰ 1 ਤੇ ਸਿੱਖਾਂ ਤੇ ਹਿੰਦੁਸਤਾਨੀ ਸੈਨਿਕਾਂ ਵਿੱਚ ਖੁੰਦਕ। ਪਹਿਲੇ ਤੇ ਦੂਜੇ ਐਂਗਲੋ ਸਿੱਖ ਯੁੱਧਾਂ ਵਿੱਚ ਹਿੰਦੁਸਤਾਨੀ ਸੈਨਿਕ ਅੰਗਰੇਜ਼ਾਂ ਵੱਲੋਂ ਸਿੱਖਾਂ ਵਿਰੁੱਧ ਲੜੇ। ਇਸ ਲਈ ਸਿੱਖ ਹਿੰਦੁਸਤਾਨੀ ਸੈਨਿਕਾਂ ਦੇ ਪੂਰਵੀਆਂ ਨੂੰ ਪੰਜਾਬ ਦੀ ਗੁਲਾਮੀ ਦਾ ਕਾਰਨ ਸਮਝਦੇ ਸਨ। ਪੰਜਾਬ ਦੇ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਹੋਣ ਲਈ ਇੱਕ ਪੂਰਬੀ ਸੈਨਿਕ ਅਤੇ ਆਪਣੇ ਆਪ ਨੂੰ ਸਿੱਖ ਸੈਨਿਕਾਂ ਤੋਂ ਉਚੇਰਾ ਸਮਝਣ ਲੱਗੇ। 1857 ਈਸਵੀ ਤੱਕ ਦੋਨਾਂ ਨੇ ਇੱਕ ਦੂਜੇ ਪ੍ਰਤੀ ਸਦਭਾਵਨਾ ਕਾਇਮ ਨਾ ਹੋ ਸਕੀ। ਇਸ ਲਈ 1857 ਈਸਵੀ ਵਿੱਚ ਜਦੋਂ ਪੰਜਾਬ ਵਿੱਚ ਵੱਖ-ਵੱਖ ਰੈਜੀਮੈਂਟਾਂ ਨੇ ਹਿੰਦੂ ਸੈਨਿਕਾਂ ਦਾ ਵਿਦਰੋਹ ਕਰ ਦਿੱਤਾ ਤਾਂ ਸਿੱਖਾਂ ਨੇ ਉਹਨਾਂ ਦਾ ਸਾਥ ਨਾ ਦਿੱਤਾ, ਜਿਸ ਕਾਰਨ ਵਿਦਰੋਹ ਦੀ ਭਿਆਨਕ ਰੂਪ ਵਿੱਚ ਫੈਲ ਗਿਆ। ਫਿਰ ਸਿੱਖਾਂ ਦਾ ਦਿੱਲੀ ਦੇ ਮੁਗਲ ਬਾਦਸ਼ਾਹ ਪ੍ਰਤੀ ਵੈਰ। ਸਿੱਖਾਂ ਦੇ ਮਨ ਵਿੱਚ ਦਿੱਲੀ ਦੇ ਮੁਗਲ ਬਾਦਸ਼ਾਹ ਪ੍ਰਤੀ ਲੰਬੇ ਸਮੇਂ ਤੋਂ ਵੈਰ ਭਾਵ ਕੱਢਿਆ ਚੱਲਿਆ ਆ ਰਿਹਾ ਸੀ। ਇਸ ਦਾ ਮੂਲ ਕਾਰਨ ਇਹ ਸੀ ਕਿ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਅਨੁਸਾਰ ਸਿੱਖਾਂ ਦੇ 9ਵੇਂ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ 3 ਸ਼ਰਧਾਲੂਆਂ ਪੁੱਤਰਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਬਾਅਦ ਵਿੱਚ ਮੁਗਲ ਬਾਦਸ਼ਾਹ ਫਰੂਖਸੀਅਰ ਦੇ ਆਦੇਸ਼ ਤੇ ਬੰਦਾ ਸਿੰਘ ਬਹਾਦਰ 740 ਹੋਰ ਸਿੱਖਾਂ ਨੂੰ ਬੜੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ। ਇਸ ਲਈ ਪੰਜਾਬ ਦੇ ਸਿੱਖਾਂ ਨੂੰ ਦਿੱਲੀ ਦੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੂਜੇ ਨਾਲ 1857 ਈਸਵੀ ਵਿੱਚ ਵਿਦਰੋਹ ਕਾਰਨ ਵਿਦਰੋਹੀਆਂ ਦਾ ਮੁੱਖ ਨੇਤਾ ਸੀ ਨਾਲ ਕੋਈ ਹਮਦਰਦੀ ਨਹੀਂ ਸੀ। ਇਸ ਕਾਰਨ ਵੀ ਸਿੱਖਾਂ ਨੇ 1857 ਈਸਵੀ ਦੇ ਵਿਦਰੋਹ ਦਾ ਚੌਖਾ ਹਿੱਸਾ ਲਿਆ। ਫਿਰ ਹੈਗਾ ਪੰਜਾਬ ਦੇ ਸ਼ਾਸਨ ਪ੍ਰਬੰਧ ਵਿੱਚ ਅੰਗਰੇਜ਼ਾਂ ਰਾਹੀਂ ਕੀਤੇ ਗਏ ਸੁਧਾਰ। ਇਹਦੇ ਵਿੱਚ ਆਊਗਾ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕਰਨ ਉਪਰੰਤ ਪਹਿਲਾ ਪ੍ਰਸ਼ਾਸਨਿਕ ਬੋਰਡ ਅਤੇ ਫਿਰ ਚੀਫ ਕਮਿਸ਼ਨਰ ਜਾਨ ਲਾਰੈਂਸ ਰਾਹੀਂ ਪੰਜਾਬ ਦੇ ਸ਼ਾਸਨ ਪ੍ਰਬੰਧ ਵਿੱਚ ਅਨੇਕਾਂ ਸੁਧਾਰ ਕੀਤੇ ਗਏ। ਸਾਰੇ ਪ੍ਰਾਂਤ ਵਿੱਚ ਅਮਨ ਵਿਵਸਥਾ ਕਾਇਮ ਕੀਤੀ ਗਈ। ਆਧੁਨਿਕ ਢੰਗ ਦੀਆਂ ਨਿਆਂ ਵਿਵਸਥਾ ਪ੍ਰਚਲਿਤ ਕੀਤੀਆਂ ਗਈਆਂ। ਜ਼ਮੀਨਾਂ ਦੀ ਮਿਣਤੀ ਕਰਨ ਉਪਰੰਤ ਉਪਜ ਦਾ ਉਚਿਤ ਅਨੁਮਾਨ ਲਾ ਕੇ ਨਵੀਂ ਲਗਾਨ ਵਿਵਸਥਾ ਪ੍ਰਚਲਿਤ ਕੀਤੀ ਗਈ। ਉਪਜਾਊ ਜ਼ਮੀਨ ਉੱਪਰ ਲਗਾਨ ਉਪਜ ਦਾ 1/5 ਹਿੱਸਾ ਤੇ ਘੱਟ ਉਪਜਾਊ ਜ਼ਮੀਨ ਉੱਪਰ 1/6 ਤੋਂ 1/8 ਹਿੱਸਾ ਨਿਸ਼ਚਿਤ ਕੀਤਾ ਗਿਆ। ਕਿਸਾਨਾਂ ਨੂੰ ਸਿੰਚਾਈ ਦੀਆਂ ਸਹੂਲਤਾਂ ਦੇਣ ਲਈ ਨਹਿਰਾਂ ਦਾ ਬੰਦੋਬਸਤ ਕੀਤਾ ਗਿਆ। ਉਹਨਾਂ ਨੂੰ ਕਣਕ ਤੋਂ ਇਲਾਵਾ ਕਪਾਹ, ਗੰਨਾ, ਪਟਸਨ, ਸ਼ਲਗਮ ਆਦਿ ਫਸਲਾਂ ਉਗਾਉਣ ਲਈ ਉਤਸ਼ਾਹਿਤ ਕੀਤਾ ਗਿਆ। ਵਪਾਰ ਅਤੇ ਉਦਯੋਗਾਂ ਦੇ ਵਿਕਾਸ ਲਈ ਅਸਰਦਾਰ ਯਤਨ ਕੀਤੇ ਗਏ। ਸੜਕਾਂ ਤੇ ਰੇਲਾਂ ਦਾ ਨਿਰਮਾਣ ਕੀਤਾ ਗਿਆ। ਇਹਨਾਂ ਸੁਧਾਰਾਂ ਦੇ ਫਲਸਰੂਪ ਪੰਜਾਬ ਦੇ ਜ਼ਿਆਦਾਤਰ ਲੋਕ ਸੰਤੁਸ਼ਟ ਹੋ ਗਏ। ਚਾਹੇ ਕੁਝ ਸਰਦਾਰ ਤੇ ਨਿਹੱਥੇ ਸੈਨਿਕ ਆਦਿ ਸੰਤੁਸ਼ਟ ਨਹੀਂ ਸਨ। ਵਿਦਰੋਹ ਤੋਂ ਪਹਿਲਾਂ ਲਗਾਤਾਰ 3 ਸਾਲਾਂ ਤੱਕ ਭਰਪੂਰ ਫਸਲਾਂ ਪੈਦਾ ਹੁੰਦੀਆਂ ਸਨ। ਵਪਾਰ ਵੀ ਉન્નਤ ਅਵਸਥਾ ਵਿੱਚ ਸੀ, ਜਿਸ ਕਾਰਨ ਪੰਜਾਬ ਵਿੱਚ ਕਾਫੀ ਖੁਸ਼ਹਾਲੀ ਸੀ। ਇਸ ਲਈ ਪੰਜਾਬ ਦੇ
ਜ਼ਿਆਦਾਤਰ ਲੋਕਾਂ ਨੇ ਬ੍ਰਿਟਿਸ਼ ਸਰਕਾਰ ਦੇ ਵਿਦਰੋਹ ਵਿੱਚ ਭਾਗ ਨਹੀਂ ਲਿਆ। ਫਿਰ ਅੱਗੇ ਨੇਤਾਵਾਂ ਦੀ ਘਾਟ ਸੀਗੀ। 1857 ਈਸਵੀ ਦੇ ਜਿਹੜੇ ਯੁੱਧ ਵਿੱਚ ਪੰਜਾਬ 'ਚ ਕੋਈ ਯੋਗ ਲੀਡਰ ਨਹੀਂ ਸੀਗਾ ਜੋ ਅੰਗਰੇਜ਼ਾਂ ਦੇ ਵਿਰੁੱਧ ਇਸ ਪ੍ਰਾਂਤ ਦੀ ਅਗਵਾਈ ਕਰ ਸਕੇ। ਇਸ ਲਈ ਪੰਜਾਬ ਜਿਹੜਾ ਸੀਗਾ ਵੱਡੇ ਪੱਧਰ 'ਤੇ ਵਿਦਰੋਹ ਨਾ ਕਰ ਸਕਿਆ। ਫਿਰ ਜੌਨ ਲਾਰੈਂਸ ਤੇ ਮੌਂਟਗੋਮਰੀ ਦੁਆਰਾ ਸਮੇਂ ਸਿਰ ਕੀਤੇ ਕਾਰਜ ਪੰਜਾਬ ਵਿੱਚ ਵੱਡੇ ਪੱਧਰ ਦੇ ਵਿਰੋਧ ਦੀ ਸੰਭਾਵਨਾ ਨੂੰ ਰੋਕਣ ਲਈ ਪੰਜਾਬ ਦੇ ਚੀਫ ਕਮਿਸ਼ਨਰ ਜੌਨ ਲਾਰੈਂਸ ਅਤੇ ਜੁਡੀਸ਼ੀਅਲ ਕਮਿਸ਼ਨਰ ਮੌਂਟਗੋਮਰੀ ਨੇ ਉਚਿਤ ਸਮੇਂ ਦੇ ਕਈ ਕਾਰਜ ਕੀਤੇ। ਸਭ ਤੋਂ ਪਹਿਲਾਂ ਉਹਨਾਂ ਨੇ ਮਿਆਂਮਾਰ, ਲਾਹੌਰ, ਪਿਸ਼ਾਵਰ, ਮੁਲਤਾਨ, ਰਾਵਲਪਿੰਡੀ, ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਡੇਰਾ ਜਾਤ ਆਦਿ ਵਿਖੇ ਭਾਰਤੀ ਸੈਨਿਕਾਂ ਨੂੰ ਬੇਹਥਿਆਰ ਕਰ ਦਿੱਤਾ ਗਿਆ। ਅੱਗੇ ਗੋਬਿੰਦਗੜ੍ਹ, ਫਿਲੌਰ, ਮੁਲਤਾਨ, ਕਾਂਗੜਾ, ਅਟਕ ਆਦਿ ਕਿਲਿਆਂ ਉੱਪਰ ਯੂਰਪੀ ਸੈਨਿਕਾਂ ਰਾਹੀਂ ਸਰਕਾਰ ਦਾ ਪੂਰਾ ਅਧਿਕਾਰ ਕਰ ਲਿਆ। ਦੂਜਾ, ਦੇਸ਼ੀ ਭਾਸ਼ਾਵਾਂ ਵਿੱਚ ਛਪਣ ਵਾਲੀਆਂ ਅਖਬਾਰਾਂ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਯਾਤਰਾ ਪੂਰੀ ਕਰਨ 'ਤੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ। ਤੀਜਾ, ਉੱਤਰ ਪੱਛਮੀ ਸਰਹੱਦ ਵੱਲ ਵਧੇਰੇ ਸੈਨਿਕ ਭੇਜ ਦਿੱਤੇ ਗਏ ਤਾਂ ਜੋ ਪਠਾਨ ਕਬੀਲਿਆਂ ਅਤੇ ਅਫਗਾਨਿਸਤਾਨ ਦੇ ਸ਼ਾਸਕ ਦੋਸਤ ਮੁਹੰਮਦ ਪੰਜਾਬ ਵਿੱਚ ਆਉਣ ਤੋਂ ਰੋਕਿਆ ਜਾ ਸਕੇ। ਅੱਗੇ ਹੈਗਾ ਪੰਜਵਾਂ, ਭਾਵੇਂ ਸ਼ਹਿਰੀ ਅਫਸਰ ਸੀਗੇ ਜਿਹੜੇ ਅੰਗਰੇਜ਼ ਅਫਸਰ ਸੀ ਉਹਨਾਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਸ਼ਾਂਤੀ ਭੰਗ ਕਰਨ ਵਾਲੇ ਅਪਰਾਧੀਆਂ ਨੂੰ ਸਖਤ ਸਜ਼ਾ ਦੇਣ। ਸੈਂਕੜੇ ਵਿਦਰੋਹੀ ਭਾਰਤੀ ਸਿਪਾਹੀਆਂ ਨੂੰ ਭੁੱਖੇ ਮਾਰ ਲੋਕਾਂ ਦੇ ਸਾਹਮਣੇ ਫਾਂਸੀ ਦਿੱਤੀ ਗਈ ਤਾਂ ਜੋ ਕੋਈ ਵੀ ਵਿਦਰੋਹੀ ਸਾਥ ਦੇਣ ਦੀ ਹਿੰਮਤ ਨਾ ਕਰੇ। ਫਿਰ ਛੇਵਾਂ ਹੈ ਪੰਜਾਬ ਵਿੱਚ ਵੱਖ-ਵੱਖ ਸਥਾਨਾਂ 'ਤੇ ਵਿਦਰੋਹ ਨੂੰ ਦਬਾਉਣ ਲਈ ਸ਼ਾਂਤੀ ਸਥਾਪਿਤ ਕਰਨ ਲਈ ਸਿੱਖ ਸ਼ਾਸਕਾਂ ਦੀ ਮਦਦ ਕਰਨ ਲਈ। ਅੱਗੇ ਪੁਆਇੰਟ ਆ ਸਾਡੇ ਕੋਲ ਪੰਜਾਬ ਦੇ ਯੋਗ ਅੰਗਰੇਜ਼ ਅਧਿਕਾਰੀਆਂ ਵਿੱਚ ਤਾਲਮੇਲ। ਇਹ ਜਿਹੜੇ ਅਧਿਕਾਰੀ ਸੀਗੇ ਸਭ ਤੋਂ ਪਹਿਲਾਂ ਇਹਨਾਂ ਨੇ ਮਿਲ ਕੇ ਵਿਦਰੋਹ ਨੂੰ ਦਬਾਉਣ ਤੇ ਅਮਨ ਕਾਇਮ ਕਰਨ ਦੀ ਜਿਹੜੀ ਵਿਉਂਤ ਆ ਉਹ ਬਣਾਈ। ਅੰਗਰੇਜ਼ਾਂ ਦੀ ਕੂਟਨੀਤੀ, ਫਿਰ ਅੰਗਰੇਜ਼ਾਂ ਨੇ ਸਫਲ ਕੂਟਨੀਤੀ ਅਨੁਸਾਰ ਪੰਜਾਬ ਵਿੱਚ ਵੱਡੇ ਪੱਧਰ 'ਤੇ ਵਿਦਰੋਹ ਨਾ ਹੋਣ ਦਾ ਇੱਕ ਮੁੱਖ ਕਾਰਨ ਲੱਭਿਆ। ਚਤੁਰ ਅੰਗਰੇਜ਼ ਰਾਜਨੀਤੀ ਨੇਤਾਵਾਂ ਦੇ ਵਿਦਰੋਹ ਰੋਕਣ ਲਈ ਨਾ ਕੇਵਲ ਉਚਿਤ ਸਮੇਂ ਤੇ ਉਚਿਤ ਕਾਰਵਾਈ ਕੀਤੀ ਸਗੋਂ ਸਿੱਖਾਂ ਨੂੰ ਇੱਕ ਪਾਸੇ ਤੇ ਹਿੰਦੁਸਤਾਨੀ ਸੈਨਿਕਾਂ ਵਿਰੁੱਧ ਤੇ ਦੂਜੇ ਪਾਸੇ ਦਿੱਲੀ ਦੇ ਮੁਗਲ ਬਾਦਸ਼ਾਹ ਵਿਰੁੱਧ ਭੜਕਾਏ ਰੱਖਿਆ। ਸਿੱਖਾਂ ਨੂੰ ਖੁਸ਼ ਕਰਨ ਲਈ ਕਰਨਲ ਹਡਸਨ ਨੇ 2 ਮੁਗਲ ਰਾਜਕੁਮਾਰਾਂ ਨੂੰ ਮਾਰ ਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਬਦਲਾ ਲੈ ਲਿਆ। ਇਸ ਤੋਂ ਸਪਸ਼ਟ ਹੁੰਦਾ ਕਿ ਕਿਸ ਤਰ੍ਹਾਂ ਅੰਗਰੇਜ਼ਾਂ ਨੇ ਸਿੱਖਾਂ ਤੇ ਮੁਸਲਮਾਨਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ। ਪੰਜਾਬ ਦੇ ਸਿੱਖ ਸ਼ਾਸਕਾਂ ਦੀ ਅੰਗਰੇਜ਼ਾਂ ਨੂੰ ਸਹਾਇਤਾ 1857 ਈਸਵੀ ਦੇ ਵਿਦਰੋਹ ਦੌਰਾਨ ਪੰਜਾਬ ਦੇ ਸਿੱਖ ਸ਼ਾਸਕਾਂ ਨੇ ਵਿਰੋਧੀਆਂ ਦਾ ਸਾਥ ਨਾ ਦਿੱਤਾ। ਇਸ ਦੇ ਉਲਟ ਉਹਨਾਂ ਨੇ ਵਿਦਰੋਹ ਨੂੰ ਦਬਾਉਣ ਲਈ ਬ੍ਰਿਟਿਸ਼ ਸਰਕਾਰ ਦੀ ਬਹੁਮੁੱਲੀ ਸਹਾਇਤਾ ਕੀਤੀ। ਪਟਿਆਲਾ ਦੇ ਰਾਜੇ ਨੇ 8 ਤੋਪਾਂ, ਲਗਭਗ 5000 ਸੈਨਿਕ ਅੰਗਰੇਜ਼ਾਂ ਦੀ ਮਦਦ ਲਈ ਭੇਜੇ। 5 ਲੱਖ ਰੁਪਏ ਦਾ ਕਰਜ਼ਾ ਵੀ ਦਿੱਤਾ। ਉਸ ਦੇ ਸੈਨਿਕ ਕਈ ਸਥਾਨਾਂ 'ਤੇ ਵਿਦਰੋਹ ਨੂੰ ਦਬਾਉਣ ਵਿੱਚ ਸਹਾਇਕ ਹੋਏ। ਜੀਂਦ, ਨਾਭਾ ਅਤੇ ਰਾਜਿਆਂ ਨੇ ਵੀ ਬ੍ਰਿਟਿਸ਼ ਸਰਕਾਰ ਨੂੰ ਜਿਹੜਾ ਸੈਨਿਕ ਭੇਜਣ ਦੀ ਸਹਾਇਤਾ ਭੇਜੀ। ਵਿਦਰੋਹ ਨੂੰ ਦਬਾਉਣ ਲਈ ਕਈ ਸਥਾਨਾਂ 'ਤੇ ਖੁਦ ਵੀ ਹਾਜ਼ਰ ਹੋਏ। ਇਹਨਾਂ 3 ਸ਼ਾਸਕਾਂ ਦੀ ਸਹਾਇਤਾ ਕਾਰਨ ਪੰਜਾਬ ਵਧੇਰੇ ਰੂਪ ਵਿੱਚ ਗੜਬੜ ਦਾ ਕੇਂਦਰ ਨਾ ਬਣ ਸਕਿਆ। ਅੱਗੇ ਦਿੱਲੀ ਦਾ ਪਤਨ। ਜੌਨ ਲਾਰੈਂਸ ਤੇ ਉਸਦੇ ਸਹਿਯੋਗੀ ਅੰਗਰੇਜ਼ ਅਧਿਕਾਰੀਆਂ ਨੇ ਕਾਫੀ ਸਮੇਂ ਤੱਕ ਪੰਜਾਬ ਨੂੰ ਭਿਆਨਕ ਵਿਦਰੋਹ ਦੀ ਅੱਗ ਤੋਂ ਬਚਾਈ ਰੱਖਿਆ। ਉਹਨਾਂ ਨੇ ਦਿੱਲੀ ਵਿੱਚ ਵਿਦਰੋਹ ਨੂੰ ਦਬਾਉਣ ਲਈ ਸੈਨਿਕ ਸਹਾਇਤਾ ਭੇਜੀ। ਨਾਲ ਹੀ ਜੌਨ ਲਾਰੈਂਸ ਨੇ ਦਿੱਲੀ ਦਾ ਉੱਚ ਅੰਗਰੇਜ਼ ਅਧਿਕਾਰੀਆਂ ਨੂੰ ਇਹ ਚੇਤਾਵਨੀ ਦਿੱਤੀ ਕਿ ਜੇ 20 ਸਤੰਬਰ ਤੱਕ ਦਿੱਲੀ
ਤੇ ਅੰਗਰੇਜ਼ਾਂ ਦਾ ਘਰ ਨਾ ਹੋਇਆ ਤਾਂ ਉਸ ਲਈ ਪੰਜਾਬ ਨੂੰ ਵਧੇਰੇ ਸਮੇਂ ਤੱਕ ਕਾਬੂ ਰੱਖਣਾ ਅਸੰਭਵ ਹੋਵੇਗਾ। ਇਸ ਨਾਲ ਜਿਹੜਾ ਪੰਜਾਬ ਵਿੱਚ ਵਿਦਰੋਹ ਦੀ ਜਿਹੜੀ ਭਾਵਨਾ ਸੀਗੀ ਉਹ ਘੱਟ ਸੀ। ਪੰਜਾਬ ਤੇ ਦਿੱਲੀ ਦੇ ਸੁਰੱਖਿਅਤ ਹੋ ਜਾਣ ਕਾਰਨ ਭਾਰਤ ਵਿੱਚ ਬ੍ਰਿਟਿਸ਼ ਸਾਮਰਾਜ ਸੁਰੱਖਿਅਤ ਹੋ ਗਿਆ। ਜੌਨ ਲਾਰੈਂਸ ਨੇ ਨਾ ਕੇਵਲ ਪੰਜਾਬ ਸਗੋਂ ਭਾਰਤ ਦੇ ਬ੍ਰਿਟਿਸ਼ ਸਾਮਰਾਜ ਨੂੰ ਰੱਖਿਆ ਕਰਨ ਲਈ ਅਤਿਅੰਤ ਮਹੱਤਵਪੂਰਨ ਯੋਗਦਾਨ ਦਿੱਤਾ, ਜਿਸ ਕਾਰਨ ਉਸ ਨੂੰ ਮਹਾਨ ਰੱਖਿਅਕ ਕਿਹਾ ਜਾਂਦਾ ਹੈ। ਅੱਗੇ ਹੁਣ ਇਸ ਦੇ ਪ੍ਰਭਾਵ ਦੇਖਾਂਗੇ ਅਸੀਂ ਕੀ ਪ੍ਰਭਾਵ ਪਏ। ਇੱਕ ਤਾਂ ਇਹ ਆ ਕਿ ਵੱਡੇ ਪੱਧਰ ਤੇ ਵਿਰੋਧ ਨਾ ਹੋ ਸਕਿਆ। ਇਹਦਾ ਮੁੱਖ ਕਾਰਨ ਸੀ ਪੰਜਾਬ ਦੇ ਬ੍ਰਿਟਿਸ਼ ਸ਼ਾਸਕਾਂ ਨੇ ਵਿਦਰੋਹ ਤੋਂ ਪਹਿਲਾਂ ਇਸ ਪ੍ਰਾਂਤ ਦੇ ਅਨੇਕਾਂ ਸੁਧਾਰ ਕੀਤੇ ਤੇ ਵਿਦਰੋਹ ਨੂੰ ਰੋਕਣ ਲਈ ਉਹਨਾਂ ਨੇ ਸਮੇਂ ਤੋਂ ਪਹਿਲਾਂ ਉਚਿਤ ਕਦਮ ਚੁੱਕੇ। ਦੂਜੇ ਤੇ ਹੈਗਾ ਮੇਰਠ ਤੇ ਦਿੱਲੀ ਵਿੱਚ ਭਾਰਤੀ ਸੈਨਿਕਾਂ ਦੀ ਬਗਾਵਤ ਦੀ ਖਬਰ ਮਿਲਣ ਤੁਰੰਤ ਪਿੱਛੋਂ ਉਹਨਾਂ ਨੂੰ ਪੰਜਾਬ ਦੇ ਵੱਖ-ਵੱਖ ਸਥਾਨਾਂ ਮੀਆਂਮੀਰ, ਲਾਹੌਰ, ਪਿਸ਼ਾਵਰ, ਮੁਲਤਾਨ, ਰਾਵਲਪਿੰਡੀ, ਜਲੰਧਰ, ਨਵਾਂ ਸ਼ਹਿਰ, ਅੰਮ੍ਰਿਤਸਰ, ਹੁਸ਼ਿਆਰਾ, ਡੇਰਾ ਜਾਤ ਆਦਿ ਵਿੱਚ ਭਾਰਤੀ ਸੈਨਿਕਾਂ ਨੂੰ ਨਿਹੱਤਾ ਕਰ ਦਿੱਤਾ। ਫਿਰ ਵੀ ਫਿਰੋਜ਼ਪੁਰ, ਹਾਂਸੀ, ਜਧੌਗ, ਕਸੌਲੀ, ਪਿਸ਼ਾਵਰ, ਹੋਤੀ, ਮਰਦਾਨ, ਜਲੰਧਰ, ਫਿਲੌਰ, ਸਿਆਲਕੋਟ ਤੇ ਲਾਹੌਰ ਆਦਿ ਸਥਾਨਾਂ ਤੇ ਜਿਹੜੇ ਸੈਨਿਕਾਂ ਦੇ ਵਿਦਰੋਹ ਕਰ ਦਿੱਤੇ, ਪਰੰਤੂ ਇਹਨਾਂ ਵਿਦਰੋਹਾਂ ਨੇ ਭਿਆਨਕ ਰੂਪ ਧਾਰਨ ਨਹੀਂ ਕੀਤਾ। ਇਸ ਤੋਂ ਇਲਾਵਾ ਘੱਗਰ ਤੇ ਜਮਨਾ ਦੇ ਵਿਚਕਾਰ ਸਥਿਤ ਪ੍ਰਦੇਸ਼ਾਂ, ਜਿਹਨੂੰ ਹਰਿਆਣਾ ਦਾ ਰੂਪ ਕਿਹਾ ਜਾਂਦਾ, ਆਧੁਨਿਕ ਹਰਿਆਣਾ ਵਿੱਚ ਵਿਸ਼ਾਲ ਵਿਦਰੋਹ ਹੋਇਆ। ਛੋਟੀਆਂ ਰਿਆਸਤਾਂ ਦੇ ਸ਼ਾਸਕ ਤੋਂ ਇਲਾਵਾ ਲੋਕਾਂ ਨੇ ਵੀ ਇਸ ਵਿੱਚ ਹਿੱਸਾ ਲਿਆ। 1857 ਈਸਵੀ ਦੇ ਵਿਦਰੋਹ ਦੌਰਾਨ ਪੰਜਾਬ ਦੇ ਸਿੱਖ ਸ਼ਾਸਕਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਤੇ ਵਿਦਰੋਹ ਨੂੰ ਦਬਾਉਣ ਲਈ ਅੰਗਰੇਜ਼ਾਂ ਦੀ ਬੜਮੁੱਲੀ ਸਹਾਇਤਾ ਕੀਤੀ। ਇਸ ਦੇ ਪੰਜਾਬ ਉੱਤੇ ਮਹੱਤਵਪੂਰਨ ਪ੍ਰਭਾਵ ਪਏ। ਵਿਦਰੋਹੀ ਰਿਆਸਤਾਂ ਦੀ ਜ਼ਬਤੀ, ਜਿਨ੍ਹਾਂ ਨੇ ਵਿਦਰੋਹ ਕੀਤਾ ਸੀ ਉਹ ਸਾਰੀਆਂ ਰਿਆਸਤਾਂ ਨੂੰ ਜ਼ਬਤ ਕਰ ਲਿਆ ਗਿਆ। ਪੰਜਾਬ ਦੇ ਸਿੱਖ ਸ਼ਾਸਕਾਂ ਨੂੰ ਇਨਾਮ, ਜਿਨ੍ਹਾਂ ਨੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ ਸੀ, ਜਿਹੜੇ ਰਾਜਿਆਂ ਨੂੰ, ਉਹਨਾਂ ਨੂੰ ਜਿਹੜਾ ਇਹ ਬ੍ਰਿਟਿਸ਼ ਸਰਕਾਰ ਵੱਲੋਂ ਉਹਨਾਂ ਦੀ ਸ਼ਲਾਘਾ ਕੀਤੀ ਗਈ ਤੇ ਉਹਨਾਂ ਨੂੰ ਉਚਿਤ ਇਨਾਮ ਦਿੱਤੇ ਗਏ। ਦਿੱਲੀ ਦਾ ਪੰਜਾਬ ਦੇ ਪ੍ਰਾਂਤ ਵਿੱਚ ਸ਼ਾਮਲ ਹੋਣਾ, ਕਿਉਂਕਿ ਦਿੱਲੀ ਵਿੱਚ ਭਿਆਨਕ ਵਿਦਰੋਹ ਹੋਇਆ ਸੀ, ਜਿਹੜਾ ਪੰਜਾਬ ਦੇ ਕਮਿਸ਼ਨਰ ਜੌਨ ਲਾਰੈਂਸ ਤੇ ਪੰਜਾਬ ਦੀਆਂ ਸਿੱਖ ਰਿਆਸਤਾਂ ਦੇ ਸ਼ਾਸਕਾਂ ਨੇ ਦਿੱਲੀ ਦੇ ਵਿਦਰੋਹ ਨੂੰ ਦਬਾਉਣ ਅਤੇ ਵਿਦਰੋਹੀਆਂ ਨੂੰ ਹਰਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਸੀ। ਇਸ ਵਿਦਰੋਹ ਤੋਂ ਬਾਅਦ ਭਾਰਤ ਦੀ ਬ੍ਰਿਟਿਸ਼ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਦਿੱਲੀ ਨੂੰ ਉੱਤਰ ਪੱਛਮੀ ਪ੍ਰਾਂਤ ਤੋਂ ਵੱਖ ਕਰਕੇ ਪੰਜਾਬ ਦਾ ਹੀ ਇੱਕ ਪ੍ਰਾਂਤ ਬਣਾ ਦਿੱਤਾ ਜਾਵੇ। ਜੌਨ ਲਾਰੈਂਸ ਦੇ ਸਨਮਾਨ ਵਿੱਚ ਵਾਧਾ, ਤਾਂ ਪੰਜਾਬ ਦੇ ਚੀਫ ਕਮਿਸ਼ਨਰ ਜੌਨ ਲਾਰੈਂਸ ਨੇ ਵਿਦਰੋਹ ਨੂੰ ਰੋਕਣ ਲਈ ਸਮੇਂ-ਸਮੇਂ ਤੇ ਅਨੇਕਾਂ ਕਾਰਜ ਕੀਤੇ, ਜਿਸ ਕਾਰਨ ਉਸ ਨੂੰ ਦੇ ਸਨਮਾਨ ਵਿੱਚ ਵਾਧਾ ਕੀਤਾ ਗਿਆ। ਉਸ ਨੂੰ ਮਹਾਨ ਰੱਖਿਅਕ ਦਾ ਦਰਜਾ ਜਿਹੜਾ ਉਹ ਬ੍ਰਿਟਿਸ਼ ਸਾਮਰਾਜ ਵੱਲੋਂ ਦਿੱਤਾ ਗਿਆ। ਫਿਰ ਪੰਜਾਬ ਦੇ ਲੈਫਟੀਨੈਂਟ ਗਵਰਨਰ ਦੇ ਅਧੀਨ ਸ਼ਾਸਨ, 1857 ਈਸਵੀ ਦੇ ਵਿਦਰੋਹ ਦੇ ਫਲਸਰੂਪ ਪੰਜਾਬ ਦਾ ਜਿਹੜਾ ਸ਼ਾਸਨ ਸੀਗਾ, ਪ੍ਰਬੰਧ ਸਾਰਾ ਲੈਫਟੀਨੈਂਟ ਗਵਰਨਰ ਨੂੰ ਸੌਂਪ ਦਿੱਤਾ ਗਿਆ। ਜੌਨ ਲਾਰੈਂਸ, ਜੋ ਵਿਦਰੋਹ ਦੇ ਸਮੇਂ ਪੰਜਾਬ ਦਾ ਚੀਫ ਕਮਿਸ਼ਨਰ ਸੀ, ਨੂੰ ਹੀ ਇੱਥੋਂ ਦਾ ਪਹਿਲਾ ਲੈਫਟੀਨੈਂਟ ਗਵਰਨਰ ਨਿਯੁਕਤ ਕੀਤਾ ਗਿਆ। ਇਸ ਦੀ ਅਗਵਾਈ ਹੇਠ ਪੰਜਾਬ ਦੇ ਰਾਜ ਪ੍ਰਬੰਧ ਦੇ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਸੁਧਾਰ ਹੋਏ, ਜਿਵੇਂ ਖੇਤੀਬਾੜੀ, ਪੁਲਿਸ ਵਿਵਸਥਾ, ਨਿਆਂ ਵਿਵਸਥਾ, ਜੇਲ੍ਹਾਂ ਦਾ ਪ੍ਰਬੰਧ, ਸਿੱਖਿਆ, ਸਰਵਜਨਕ ਕਾਰਜ, ਸਥਾਨਕ ਸਵੈ ਸ਼ਾਸਨ ਆਦਿ। ਇਸ ਤਰ੍ਹਾਂ 1897 ਈਸਵੀ ਵਿੱਚ ਪੰਜਾਬ ਵਿੱਚ ਲੈਜਿਸਲੇਟਿਵ ਕੌਂਸਲ ਦੀ ਸਥਾਪਨਾ ਕੀਤੀ ਗਈ, ਜਿਸਦੇ ਕੇਵਲ 9 ਮੈਂਬਰ ਸਨ, ਜਿਹੜੇ ਸੀਗੇ ਇਹ ਸਾਰੇ ਲੈਫਟੀਨੈਂਟ ਗਵਰਨਰ ਦੀ ਸਿਫਾਰਿਸ਼ ਤੇ ਗਵਰਨਰ ਜਨਰਲ ਦੁਆਰਾ ਨਾਮਜ਼ਦ ਕੀਤੇ ਗਏ। ਹੌਲੀ-ਹੌਲੀ ਇਸ ਦੇ ਮੈਂਬਰਾਂ ਦੀ ਗਿਣਤੀ ਵਧਣ ਲੱਗੀ ਤੇ ਉਹਨਾਂ ਨੂੰ ਚੁਣੇ ਜਾਣ ਦੀ ਵਿਵਸਥਾ ਕੀਤੀ ਗਈ। ਨਿਆਂ ਦੇ ਖੇਤਰ ਵਿੱਚ ਸਭ ਤੋਂ ਮਹੱਤਵਪੂਰਨ ਸੁਧਾਰ 1919 ਈਸਵੀ ਵਿੱਚ ਪੰਜਾਬ ਵਿੱਚ ਚੀਫ ਕੋਰਟ ਦੀ ਥਾਂ ਹਾਈ ਕੋਰਟ ਦੀ ਸਥਾਪਨਾ ਸੀ। ਖੇਤੀਬਾੜੀ, ਸਿੱਖਿਆ, ਸਰਵਜਨਕ ਕਾਰਜਾਂ, ਵਪਾਰ, ਉਦਯੋਗ, ਆਵਾਜਾਈ ਦੇ ਸੰਚਾਰ ਦੇ ਸਾਧਨ ਆਦਿ ਦਾ ਵੀ ਬਹੁਤ ਵਿਕਾਸ ਹੋਇਆ। ਤਾਂ ਇਹ ਸੀਗਾ ਸਾਰਾ 1857 ਈਸਵੀ ਦੇ ਯੁੱਧ ਦੇ ਕਾਰਨ ਪ੍ਰਭਾਵ
ਤੇ ਪੰਜਾਬ ਨਾਲ ਇਸ ਦਾ ਰਿਲੇਸ਼ਨ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਜਿਹੜਾ ਇਹ ਸਾਰਾ ਟੌਪਿਕ ਸਮਝ ਆ ਗਿਆ ਹੋਵੇਗਾ ਤੇ ਤੁਸੀਂ ਇਹਨਾਂ ਦੇ MCQ ਕਰਨ ਲਈ ਐਲੀਜੀਬਲ ਜਿਹੜੇ ਉਹ ਹੋ ਗਏ ਹੋਵੋਗੇ। ਤਾਂ ਤੁਸੀਂ ਇਹ ਧਿਆਨ ਨਾਲ ਪੜ੍ਹ ਕੇ ਆਪਣੇ ਆਪ ਜੋ ਵੀ MCQ ਆਉਂਦੇ ਨੇ, ਕਿਉਂਕਿ ਇਸ ਲੈਸਨ ਦੇ ਵਿੱਚ ਜਿਹੜੇ MCQ ਆਉਣ ਦੀ ਸੰਭਾਵਨਾ ਹੁੰਦੀ ਆ, ਤਾਂ ਕਰਨੇ ਨੇ। ਓਕੇ, ਥੈਂਕਸ।